ਜੀ। ਸ੍ਰੀ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਉ, ਗੁਰ ਹਿਰਦੈ ਧਿਆਉ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬੇਗ ਨਾਨਕੇ ਨਾਸ਼ਕ ਬੇਗ। ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ, ਸ੍ਰੀ ਹਰਿ ਰਾਏ ਨਾਮੋ ਕਰ ਜੋਰੀ, ਨਾਮੋ ਕਰ। ਸ੍ਰੀ ਹਰਿ ਕ੍ਰਿਸ਼ਨ ਮਨਾਵੈ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੁ ਤਰਾ ਪਰ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਜੀ ਵਾਹਿਗੁਰੂ ਜੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸ੍ਰੀ ਵਾਹਿਗੁਰੂ ਜੀ, ਤਿਮ ਨਿਸ਼ਚੈ ਕਰ ਪ੍ਰਾਂਤ ਉਠ, ਮਤ ਬੰਦ ਚਕਾਰੈ। ਗਮਨੇ ਹਜ਼ਰਤ ਕੇ ਨਿਕਟ, ਨਰ ਨਿਮੈ ਹਜ਼ਾਰੈ। ਤਿਮ ਨਿਸ਼ਚੈ ਕਰ ਪ੍ਰਾਂਤ ਉਠ, ਮਤ ਬੰਦ ਚਕਾਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਵੱਡਿਆਂ ਭਾਗਾਂ ਵਾਲੇ ਹੋ। ਦੀਨ ਦੁਨੀਆ ਦੇ ਮਾਲਕ, ਸਾਹਿਬੇ ਕਮਾਲ, ਅੰਮ੍ਰਿਤ ਕੇ ਦਾਤੇ, ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਤਿਨਾਂ ਦੇ ਪਾਵਨ ਪਵਿੱਤਰ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਰੋਜ਼ਾਨਾ ਦੀ ਤਰ੍ਹਾਂ ਹਾਜ਼ਰੀ ਲਗਾ ਕਰਕੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਸਰਵਣ ਕਰਕੇ ਨਿਤਾ ਪ੍ਰਤੀ ਪ੍ਰੇਮੀ ਅਤੇ ਨੇਮੀ ਸਿੱਖ ਸੰਗਤਾਂ ਅਤੇ ਦੂਰਾਂ ਤੋਂ ਚੱਲ ਕੇ ਆਈਆਂ ਹੋਈਆਂ ਸਿੱਖ ਸੰਗਤਾਂ ਜੋ ਯਾਤਰਾਵਾਂ ਕਰਨ ਆਈਆਂ ਹਨ, ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਹਾਜ਼ਰੀਆਂ ਲਗਾ ਕਰਕੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਕਮਲਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਅਤੇ ਮਹਾਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਿਆਂ ਬਣਾ ਰਹੇ ਹੋ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜੋ ਪਾਵਨ ਇਤਿਹਾਸ ਚੱਲ ਰਹੇ ਹਨ, ਦੀਨ ਦੁਨੀਆ ਦੇ ਮਾਲਕ ਸਾਹਿਬ ਕਮਾਲ ਸ਼ਾਂਤੀ ਦੇ ਪੁੰਜ, ਪਿਆਰ ਅਤੇ ਵੈਰਾਗ ਦੀ ਮੂਰਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਇਤਿਹਾਸ ਨੂੰ ਸਰਵਣ ਕਰ ਰਹੇ ਹੋ। ਦੀਨ ਦੁਨੀਆ ਦੇ ਮਾਲਕ ਮਹਾਰਾਜ ਸਾਹਿਬ ਜੀ ਦੇ ਭਰਾਤਾ ਪ੍ਰਿਥੀ ਚੰਦ ਜੋ ਆਪ ਜੀ ਰੋਜ਼ਾਨਾ ਸਰਵਣ ਵੀ ਕਰ ਰਹੇ ਹੋ ਵੀ ਵੈਰ ਵਿਰੋਧ ਦੇ ਨਾਲ ਭਰ ਕੇ, ਹੰਕਾਰ ਤੇ ਈਰਖਾ ਹਿਰਦੇ ਵਿੱਚ ਧਾਰ ਕੇ ਸ਼ੁਰੂ ਤੋਂ ਹੀ ਗੁਰਤਾ ਗੱਦੀ ਦਾ ਧਿਆਨ ਰੱਖ ਕੇ ਵੀ ਗੁਰਤਾ ਗੱਦੀ ਪ੍ਰਾਪਤ ਕਰਨੀ, ਭਾਵੇਂ ਕੁਝ ਕਾਰਨ ਬਣ ਜਾਵੇ, ਕੁਝ ਹੀਲਾ ਵਸੀਲਾ ਕਰਨਾ ਪਵੇ, ਕੋਈ ਵੀ ਦਾ ਪੇਚ ਨਾ ਚੱਲਿਆ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਿਬ ਕਮਾਲ ਸੋਢੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਗੁਰਤਾ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਬਖਸ਼ ਦਿੱਤੀ। ਹਿਰਦੇ ਦੇ ਵਿੱਚ ਹੰਕਾਰ ਹੋਰ ਵਧਿਆ, ਮਨ ਜਿਹੜਾ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪ੍ਰਭਤਾ ਤੋਂ ਹਮੇਸ਼ਾ ਸੜਦਾ ਬਲਦਾ ਰਹਿੰਦਾ ਸੀ ਪ੍ਰਿਥੀਏ ਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਕਾਉਣ ਵਾਸਤੇ, ਖਤਮ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੀਆਂ ਵਿਉਂਤਾਂ ਘੜਦਾ, ਤੇ ਹੁਣ ਵੀ ਇਹਨੇ ਇਹੋ ਹੀ ਵਿਉਂਤ ਘਟੀ ਵੀ ਕਿਉਂ ਨਾ ਮੈਂ ਜਹਾਂਗੀਰ ਦੇ ਕੋਲ, ਬਾਦਸ਼ਾਹ ਦੇ ਕੋਲ ਪੁਕਾਰ ਕਰਾਂ ਵੀ ਮੇਰੇ ਨਾਲ ਨਿਆਂ ਨਹੀਂ ਹੋਇਆ, ਮੈਂ ਗੁਰਤਾ ਦਾ ਮਾਲਕ ਸਾਂ, ਮੈਂ ਵੱਡਾ ਸਾਂ, ਤੇ ਮੈਨੂੰ ਗੁਰਤਾ ਦਿੱਤੀ ਜਾਵੇ, ਮੇਰੇ ਨਾਲ ਨਿਆਂ ਕੀਤਾ ਜਾਵੇ। ਇਹਨੇ ਆਪਣੀ ਦਰਖਾਸਤ ਜਹਾਂਗੀਰ ਦੇ ਕੋਲ ਵੀ ਪਹੁੰਚਾਈ, ਪਰ ਬਾਦਸ਼ਾਹ ਹੋਣ ਦੇ ਨਾਂ 'ਤੇ ਉਹਨੂੰ ਇਸ ਚੀਜ਼ ਦਾ ਬਹੁਤਾ ਖਿਆਲ ਨਾ ਰਿਹਾ। ਪਰ ਜਦੋਂ ਚੰਦੂ ਨੂੰ ਇਹ ਗੱਲਾਂ ਦਾ ਸੀ ਵੀ ਉਹ ਵੀ ਗੁਰੂ ਸਾਹਿਬ ਜੀ ਦੇ ਨਾਲ ਵੈਰ ਕਮਾਉਂਦਾ ਸੀ, ਜਿਉਂ ਮਹਾਰਾਜ ਸਾਹਿਬ ਜੀ ਨੇ ਗੁਰੂ ਪਾਤਸ਼ਾਹ ਜੀ ਦਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਰਿਸ਼ਤਾ ਮੋੜਿਆ, ਉਹ ਵੈਰ ਇਹਦੇ ਅੰਦਰ ਵੀ ਸੀ, ਉਹ ਈਰਖਾ ਤੇ ਦਵੈਸ਼ ਇਹਦੇ ਅੰਦਰ ਵੀ ਸੀ, ਤੇ ਦੋਵਾਂ ਰਲ ਕੇ ਵਿਉਂਤ ਘਟੀ। ਤੇ ਸੁਭੀ ਖਾਨ ਵਰਗਿਆਂ ਨੂੰ ਚੜਾਇਆ, ਪਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੋ ਤ੍ਰਿਕਾਲਦਰਸ਼ੀ ਤ੍ਰਿਲੋਕੀ ਦੇ ਮਾਲਕ, ਜਿਨ੍ਹਾਂ ਨੂੰ ਖਤਮ ਕਰਨ ਵਾਸਤੇ ਤੇ ਆਇਆ ਪਰ ਆਪ ਖਤਮ ਹੋ ਗਿਆ। ਮੱਥੇ ਨੂੰ ਹੱਥ ਮਾਰਿਆ ਵੀ ਗੱਲ ਨਹੀਂ ਬਣੀ, ਫਿਰ ਆਪ ਬਾਦਸ਼ਾਹ ਨੂੰ ਸਦਨਾ ਕੀਤਾ ਵੀ ਬਾਦਸ਼ਾਹ ਜੀ ਨੂੰ ਕਿਹਾ, ਕਹਿਣ ਲੱਗਾ ਜਹਾਂਗੀਰ ਬਾਦਸ਼ਾਹ ਜੀ ਨੂੰ ਇਹਨੇ ਚਿੱਠੀ ਪਾਈ ਵੀ ਤੁਹਾਡੇ ਵੱਡੇ ਵਡੇਰੇ ਕਸ਼ਮੀਰ ਘੁੰਮਣ ਜਾਂਦੇ ਨੇ, ਤਾਂ ਤੁਸੀਂ ਵੀ ਜਾਇਆ ਕਰੋ, ਤੁਸੀਂ ਵੀ ਉੱਧਰ ਨੂੰ ਹੋਇਆ ਕਰੋ। ਕਾਰਨ ਤਾਂ ਇਹ ਸੀ ਵੀ ਦਿੱਲੀ ਤੋਂ ਆਵੇ ਤੇ ਪੰਜਾਬ ਰੁਕੇ, ਤੇ ਇੱਥੇ ਆਣ ਕੇ ਮੈਂ ਆਪਣੇ ਪੈਂਤਰੇ ਨੂੰ ਚੱਲ ਕੇ ਚਾਲਬਾਜ਼ ਸੀ, ਤੇ ਚਾਲ ਚਲਾ ਕਰਕੇ ਤੇ ਮਹਾਰਾਜ ਸਾਹਿਬ ਪ੍ਰਥਾਏ ਇਹਨੂੰ ਭੜਕਾਵਾਂ। ਗੱਲ ਇੱਦਾਂ ਹੀ ਹੋਈ। ਜਹਾਂਗੀਰ ਆਇਆ ਤੇ ਹੁਣ ਜਿਸ ਤਰ੍ਹਾਂ ਚੰਦੂ ਮਨ ਦੀਆਂ ਘਾੜਤਾਂ ਘੜਦਾ, ਕੱਲ੍ਹ ਆਪ ਨੇ ਸਰਵਣ ਕੀਤਾ, ਘਰੇ ਬੈਠਾ ਹੀ ਵਿਉਂਤਾਂ ਲਾਈ ਜਾ ਰਿਹਾ ਵੀ ਇਸ ਪ੍ਰਕਾਰ ਮੈਂ ਸ਼ਿਕਾਇਤ ਲਾਵਾਂਗਾ ਤੇ ਸਤਿਗੁਰੂ ਨੂੰ ਆਹ ਸਜ਼ਾ ਹੋਵੇਗੀ, ਜਦੋਂ ਮੈਂ ਇਸ ਤਰ੍ਹਾਂ ਸਤਿਗੁਰੂ ਸਾਹਿਬ ਦੇ ਬਰਖਲਾ ਭੜਕਾਵਾਂਗਾ ਤੇ ਜਹਾਂਗੀਰ ਆਹ ਸਜ਼ਾ ਦੇਵੇਗਾ। ਘਰੇ ਹੀ ਖੁਸ਼ ਹੋਈ ਜਾ ਰਿਹਾ। ਰਾਤ ਸਾਰੀ ਇਸ ਤਰ੍ਹਾਂ ਹੀ ਕੱਟੀ, ਕਿਉਂਕਿ ਅਗਲੇ ਦਿਨ ਹੁਣ ਇਹਨੇ ਲਾਹੌਰ ਕਿਲ੍ਹੇ ਦੇ ਵਿੱਚ ਬਾਦਸ਼ਾਹ ਨੂੰ ਮਿਲਣ ਜਾਣਾ ਸੀ, ਤੇ ਮਿਲਣ ਤੋਂ ਪਹਿਲਾਂ ਮਨ ਨੂੰ ਘੁਮਾ ਰਿਹਾ ਸੀ ਵੀ ਕਿਹੜੀ ਕਿਹੜੀ ਵਿਉਂਤ ਲਾਵਾਂ, ਕਿਹੜਾ ਕਿਹੜਾ ਤਰੀਕਾ ਵਰਤਾਂ ਜਿਹਦੇ ਨਾਲ
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਪ੍ਰਥਾਏ ਮੈਂ ਭਟਕਾ ਸਕਾਂ ਤੇ ਉਹਨਾਂ ਨੂੰ ਖਤਮ ਕਰਾ ਦੇਵਾਂ। ਪ੍ਰਿਥੀਏ ਨੂੰ ਨਾਲ ਰਲਾਇਆ, ਪਰ ਪ੍ਰਿਥੀਏ ਨੂੰ ਇੰਨਾ ਨਹੀਂ ਸੀ ਪਤਾ ਵੀ ਅੱਜ ਮੇਰਾ ਹੀ ਅੰਤ ਸਮਾਂ ਆ ਜਾਣਾ। ਮੈਂ ਤੇ ਭਾਵੇਂ ਭੱਜਾ ਫਿਰਦਾ, ਮੇਰਾ ਅੰਤ ਸਮਾਂ ਆ ਗਿਆ। ਪ੍ਰਿਥੀਏ ਦਾ ਅੰਤ ਸਮਾਂ ਕਿਸ ਤਰ੍ਹਾਂ ਹੁੰਦਾ ਹੈ ਤੇ ਇਹ ਚੰਦੂ ਕਿਸ ਪ੍ਰਕਾਰ ਵਿਉਂਤਾ ਘੜਦਾ ਹੈ। ਦਰਬਾਰ ਵਿੱਚ ਜਾ ਕੇ ਆਓ, ਉਹ ਪਾਵਨ ਪਵਿੱਤਰ ਪ੍ਰਸੰਗ ਸਰਵਣ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਤੋਂ ਜਾਣੂ ਹੋਈਏ ਤੇ ਨਾਲ ਦੇ ਨਾਲ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਣਾ ਕਮਲਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਬੜੇ ਪ੍ਰੇਮ ਦੇ ਨਾਲ ਰਸਨਾ ਨੂੰ ਕਰੀਏ, ਪਵਿੱਤਰ ਹਾਜ਼ਰੀਆਂ ਲਗਾਈਏ, ਉਪਰੰਤ ਕਥਾ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਜੀ। ਇਹ ਨਿਸ਼ਚੈ ਕਰ ਪ੍ਰਾਤ ਉਠ ਮਤ ਬੰਦ ਚਤਾਰੈ। ਇਹ ਮਾੜੀ ਸੋਚ ਵਾਲਾ, ਮਾੜੀ ਬੁੱਧ ਵਾਲਾ ਜਦੋਂ ਸਵੇਰੇ ਉੱਠਿਆ ਤੇ ਉੱਠਦਿਆਂ ਸਾਰ ਹੀ ਇਹਨੇ ਮਨ ਦੇ ਵਿੱਚ ਵਿਚਾਰ ਕਰ ਲਈ ਵੀ ਅੱਜ ਮਹਾਰਾਜ ਸਾਹਿਬ ਦੇ ਪ੍ਰਥਾਏ ਕੁਝ ਨਾ ਕੁਝ ਚੁਗਲੀ ਨਿੰਦਾ ਕਰਕੇ ਕਿਸੇ ਪ੍ਰਕਾਰ ਜਹਾਂਗੀਰ ਦੇ ਕੋਲੋਂ ਗੁਰੂ ਸਾਹਿਬ ਨੂੰ ਲਾਹੌਰ ਜ਼ਰੂਰ ਸੱਦਣਾ ਹੈ। ਹਜ਼ਰਤ ਕੇ ਨਿਕਟ ਨਰ ਨਿਮਹਿ ਹਜ਼ਾਰੈ। ਅਤੇ ਜਿਹੜਾ ਜਹਾਂਗੀਰ ਬਾਦਸ਼ਾਹ ਸੀ ਉਹਦੇ ਕੋਲ ਜਾਣ ਵਾਸਤੇ ਇਹਨੇ ਤਿਆਰੀ ਕਰ ਲਈ। ਤੁਰ ਪੈਣ ਲੱਗਾ ਵੀ ਜਾ ਕੇ ਮੈਂ ਗੁਰੂ ਸਾਹਿਬ ਦੇ ਪ੍ਰਥਾਏ ਜਹਾਂਗੀਰ ਦੇ ਕੰਨ ਭਰਾਂ। ਰਜਤ ਦੰਡ ਗਹਿ ਅਗਰ ਚੱਲ ਕੋ ਨਰਨ ਹਟਾਵੈ। ਜਿਸ ਵੇਲੇ ਘਰੋਂ ਚੱਲਣ ਲੱਗਿਆ ਨਾ ਤੇ ਇਹਦੇ ਅੱਗੇ ਅੱਗੇ ਜਿਹੜੇ ਚੋਬਦਾਰ ਸਨ, ਚਾਂਦੀ ਦੀਆਂ ਚੋਬਾਂ ਫੜ ਕੇ ਅੱਗੇ ਤੁਰ ਰਹੇ ਸਨ। ਉਹ ਅੱਗੇ ਅੱਗੇ ਜਿਹੜੇ ਲੋਕਾਂ ਨੂੰ ਪਰਾਂ ਕਰਦੇ ਸੀ ਤੇ ਪਿੱਛੇ ਪਾਲਕੀ 'ਚ ਬੈਠਾ ਜਹਾਂਗੀਰ ਦੇ ਕੋਲ ਜਾਣਾ ਕੀਤਾ। ਸੰਗ ਸੁਭਟ ਗਮਨਤ ਪਗਨ ਚੌਦਿਸ ਮਹਿ ਜਾਵੈ। ਅਤੇ ਇਹਦੇ ਨਾਲ ਹੋਰ ਕਈ ਜਵਾਨ ਫੌਜਾਂ ਜਿਹੜੀਆਂ ਇਹਨੂੰ ਫੌਜਾਂ ਮਿਲੀਆਂ ਹੋਈਆਂ ਸਨ, ਉਹ ਇਹਦੇ ਪਾਲਕੀ ਦੇ ਆਲੇ ਦੁਆਲੇ ਜਵਾਨ ਜਿਹੜੇ ਸੂਰਮੇ ਸੀ ਉਹ ਵੀ ਤੁਰ ਰਹੇ ਸਨ। ਕਿਤਕ ਦਾਸ ਦੌਲਤ ਚਲਹਿ ਅਗਵਾ ਪਿਛਵਾਈ। ਆਦੇ ਵੀ ਇਸ ਪ੍ਰਕਾਰ ਕਿਚਕ ਦਾਸ ਜਦੋਂ ਚੱਲ ਪਿਆ ਤੇ ਨਾਲ ਦੇ ਨਾਲ ਜਿਹੜੇ ਅੱਗੇ ਆਵਾਜ਼ਾਂ ਦੇਣ ਵਾਲੇ ਸਨ, ਜਿਹੜੇ ਅਗਾਂਹ ਆਵਾਜ਼ ਦਿੰਦੇ ਸਨ ਵੀ ਤੁਰੇ ਆ ਰਹੇ ਨੇ ਬਾਦਸ਼ਾਹ ਸਲਾਮਤ ਦੇ ਚੰਦੂ ਦੀਵਾਨ, ਉਹਦੀ ਆਵਾਜ਼ ਦਿੰਦੇ ਹੋਏ ਅਗਲੇ ਪਾਸੇ ਗੋਲਕ ਜਾਤ ਨਕੀਬ ਜੋ ਜੋ ਜਸ ਸੁਨਾਈ। ਆਂਦੇ ਵੀ ਜਿਹੜੇ ਇਹਦਾ ਜਸ ਗਾਉਂਦੇ ਜਾਂਦੇ ਸਨ ਵੀ ਰਸਤੇ ਵਿੱਚ ਵੀ ਆ ਰਿਹਾ ਹੈ ਬਾਦਸ਼ਾਹ ਸਲਾਮਤ ਦਾ ਦੀਵਾਨ। ਬੜਾ ਪੁਰਾਣਾ ਸੀ, ਬੜੇ ਲੰਮੇ ਸਮੇਂ ਤੋਂ ਇਹ ਮੁਗਲਾਂ ਦੀ ਜਿਹੜੀ ਨੌਕਰੀ ਕਰ ਰਿਹਾ ਸੀ। ਆਗੇ ਚੱਲੈ ਢਲੈ ਕੁਛ ਖਹਿ ਖੜਕ ਰੁਟਾਲੇ। ਤੇ ਅੱਗੇ ਅੱਗੇ ਜਿਹੜੇ ਸਨ ਨਾਲ ਦੇ ਨਾਲ ਢਾਲਾਂ ਧਾਰ ਕੇ, ਜਿਨ੍ਹਾਂ ਨੇ ਢਾਲਾਂ ਲੱਕ 'ਤੇ ਪਾਈਆਂ ਹੋਈਆਂ ਸਨ ਤੇ ਤਲਵਾਰਾਂ ਗਾਤਰੇ ਪਾਈਆਂ ਸਨ, ਕੁਝ ਜਵਾਨ ਉਹ ਵੀ ਇਹਦੇ ਤੋਂ ਅੱਗੇ ਚੱਲ ਰਹੇ ਸਨ। ਉਹ ਸਨਮਾਨਤ ਸੰਗ ਮੈਂ ਕਹਿ ਬਾਗ ਰਸਾਲੇ। ਤੇ ਲੁਕਾਈ ਜਿਹੜੀ ਸੀ ਇਹਦੀ ਸ਼ੋਭਾ ਗਾਇਨ ਕਰ ਰਹੀ ਸੀ ਵੀ ਚੰਦੂ ਦੀਵਾਨ ਆ ਰਿਹਾ, ਚੰਦੂ ਦੀਵਾਨ ਆ ਰਿਹਾ। ਲੋਕੀ ਇਸ ਪ੍ਰਕਾਰ ਇਹਦੀ ਕੀਰਤੀ ਕਰਦੇ ਸਨ। ਜਨ ਗਨ ਬੋਲਤੇ ਸਿਵਕਾ ਪਰ ਚਾਲਾ। ਜਿਹੜੇ ਮੰਗਤੇ ਤੇ ਗਰੀਬ ਲੋਕ ਇਹਨੂੰ ਵੇਖ ਵੇਖ ਕੇ ਇਹਦੇ ਗਾੜੀ ਸਿਰ ਝੁਕਾ ਰਹੇ ਸਨ, ਇਹਨੂੰ ਨਮਸਕਾਰਾਂ ਕਰ ਰਹੇ ਸਨ। ਪਾਲੇ ਬਹੁਤ ਸਿਰ ਭਾਗ ਵਿਸਾਲਾ। ਤੇ ਇਹਦੀ ਸ਼ੋਭਾ ਵਡਿਆਉਂਦਿਆਂ ਹੋਇਆਂ ਕਰ ਰਹੇ ਸਨ ਵੀ ਕਿੰਨਾ ਸੁੰਦਰ ਇਹਨੇ ਜਾਮਾ ਪਹਿਨਿਆ ਹੋਇਆ ਹੈ। ਬਹੁਤਾ ਕਲੀਆਂ ਵਾਲਾ ਇਹਨੇ ਜਾਮਾ ਪਾਇਆ ਤੇ ਸਿਰ ਦੇ ਉੱਤੇ ਬਹੁਤ ਵੱਡੀ ਸੋਹਣੀ ਦਸਤਾਰ ਬੰਨ੍ਹੀ ਹੈ। ਦੋ ਦਿਸ ਲੇਤ ਸਲਾਮ ਕੋ ਗਮਨਤਪੁਰ ਮਾਹੂ। ਆਂਦੇ ਵੀ ਇਸ ਤਰ੍ਹਾਂ ਸਲਾਮ ਜੋ ਕਰਦੇ ਕਰਦੇ ਕਈ ਲੁਕਾਈ ਜਿਹੜੀ ਸੀ ਨਾ ਇਹਨੂੰ ਸਲਾਮਾਂ ਕਰ ਰਹੀ ਸੀ ਪਾਲਕੀ ਦੇ ਵਿੱਚ ਬੈਠਿਆਂ ਤੇ ਜਾ ਕਰਕੇ ਜਿਹੜਾ ਰਾਜ ਦਰਬਾਰ ਦੇ ਵਿੱਚ ਪਹੁੰਚਿਆ। ਦੇਖ ਦੀਵਾਨ ਨਰ ਖੜੇ ਹੋਏ ਸਨਮਾਨ ਵਾਹੂ। ਆਂਦੇ ਵੀ ਇਹਨੂੰ ਵੇਖ ਕਰਕੇ ਨਾ ਜਿੰਨੇ ਦੀਵਾਨ ਸੀ ਉੱਥੇ ਸਭਾ ਦੇ ਵਿੱਚ ਜਿਹੜੇ ਬੈਠੇ ਸਨ ਉਹ ਸਾਰੇ ਇਹਦੇ ਆਦਰ ਸਤਿਕਾਰ ਵਾਸਤੇ ਖੜੇ ਹੋ ਗਏ। ਸਿੰਘ ਪੌਰ ਮਹਿ ਥਰੇ ਜਗ ਭਟ ਗਨ ਤੇ ਠਾਂਡੇ। ਆਂਦੇ ਜਿਸ ਵੇਲੇ ਮੁੱਖ ਦਵਾਰ ਤੇ ਇਹ ਪਹੁੰਚਿਆ
ਜਿੰਨੀ ਫੌਜ ਸੀ ਉੱਥੋਂ ਦੀ ਉਹ ਵੀ ਸਿਰ ਝੁਕਾ ਕੇ ਇਹਦੇ ਗਾੜੀ ਖੜੀ ਹੋ ਗਈ। ਰਾਵਣ ਮਹਿ ਪੁਨ ਗਇਓ ਜੇ ਧਨ ਕਰ ਗਾਟੇ। ਉਮਰਾਵ ਜਿਹੜੇ ਉਸ ਸਮੇਂ ਦੇ ਸ਼ਾਹੂਕਾਰ ਸਨ, ਜਿਨ੍ਹਾਂ ਦੀ ਬਾਦਸ਼ਾਹ ਦੇ ਨਾਲ ਪ੍ਰੀਤੀ ਸੀ, ਉਹ ਵੀ ਉਹਦੇ ਦਰਬਾਰ ਵਿੱਚ ਸਜੇ ਸਨ। ਉਸ ਤੋਂ ਬਾਅਦ ਆ ਕਹਿੰਦੇ ਜਿਹੜੇ ਸ਼ਾਹੂਕਾਰ ਸੀ ਨਾ, ਇਹ ਸਾਰੇ ਖੜੇ ਹੋ ਕੇ ਇਹਦਾ ਅਦਬ ਕਰਨ ਲੱਗੇ, ਸਤਿਕਾਰ ਕਰਨ ਲੱਗੇ। ਜਹਾਂਗੀਰ ਬੈਠਿਓ ਤਖਤ ਬਹੁ ਨਮੋ ਕਰੰਤਾ। ਜਹਾਂਗੀਰ ਜੋ ਤਖਤ ਤੇ ਬੈਠਾ ਹੋਇਆ ਸੀ ਤੇ ਸਾਰੇ ਉਹਨੂੰ ਨਮਸਕਾਰਾਂ ਕਰ ਰਹੇ ਸਨ। ਉੱਥੇ ਜਾ ਕੇ ਇਸ ਨੇ ਵੀ ਨਮਸਕਾਰ ਕੀਤੀ ਜਹਾਂਗੀਰ ਬਾਦਸ਼ਾਹ ਨੂੰ, ਉਹਦੇ ਗਾੜੀ ਸਿਰ ਝੁਕਾਇਆ, ਕਿਉਂਕਿ ਬਾਦਸ਼ਾਹ ਦਾ ਇਹ ਨੌਕਰ ਸੀ ਤੇ ਨੌਕਰ ਦਾ ਇਹ ਫਰਜ਼ ਹੈ ਜਦੋਂ ਮਾਲਕ ਆਉਣ ਤੇ ਉਹਦੇ ਗਾੜੀ ਸਿਰ ਝੁਕਾਉਣਾ। ਦੀਵਾਨ ਇਹ ਲੋਕਾਂ ਵਾਸਤੇ ਸੀ, ਪਰ ਬਾਦਸ਼ਾਹ ਦਾ ਨੌਕਰ ਹੋਣ ਤੇ ਬਾਦਸ਼ਾਹ ਦੇ ਸਾਹਮਣੇ ਖੜਾ ਹੋਇਆ ਤੇ ਸਿਰ ਝੁਕਾਇਆ, ਉਹਨੂੰ ਨਮਸਕਾਰ ਕੀਤੀ। ਨਿਜ ਦਰਜੇ ਪਦ ਤਬ ਥਿਰਿਓ ਉਤਸ਼ਾਹ ਕਰੰਤਾ। ਆਦੇ ਵੀ ਜਦੋਂ ਨਮਸਕਾਰ ਕੀਤੀ ਤੇ ਉਸ ਵੇਲੇ ਜਹਾਂਗੀਰ ਬੜਾ ਖੁਸ਼ ਹੋਇਆ ਤੇ ਜਿਸ ਜਗ੍ਹਾ ਤੇ ਇਹਦੀ ਕੁਰਸੀ ਬਣਾਈ ਹੋਈ ਸੀ ਨਾ, ਇੱਕ ਇਹਦਾ ਸਥਾਨ ਬਣਿਆ ਹੋਇਆ ਸੀ ਵੀ ਇਸ ਜਗ੍ਹਾ ਤੇ ਚੰਦੂ ਦੀਵਾਨ ਬਹਿਣਾ। ਹੁਕਮ ਕੀਤਾ ਵੀ ਜਾ ਕੇ ਆਪਣੇ ਕੁਰਸੀ ਤੇ ਬੈਠ ਜਾਓ ਤੇ ਚੰਦੂ ਦੀਵਾਨ ਆਪਣੀ ਕੁਰਸੀ ਉੱਤੇ ਬੈਠਾ। ਹਜ਼ਰਤ ਕੋ ਅਮਨੰਦਨੇ ਕਰ ਕਰ ਚਤਰਾਈ। ਤੇ ਹਜ਼ਰਤ ਜਿਹੜਾ ਸੀ ਸਮੇਂ ਦਾ ਬਾਦਸ਼ਾਹ ਜਹਾਂਗੀਰ, ਉਹਦੇ ਗਾੜੀ ਜਾ ਕਰਕੇ ਕੁਰਸੀ ਤੇ ਬਹਿ ਕੇ ਉਹਦੀ ਸ਼ੋਭਾ ਗਾਇਨ ਕਰਨ ਲੱਗਾ। ਕਿਉਂਕਿ ਜਿਹੜੇ ਚਾਪਲੂਸ ਹੁੰਦੇ ਨੇ ਨਾ, ਜਿਨ੍ਹਾਂ ਨੇ ਕੰਮ ਲੈਣਾ ਹੋਵੇ ਤੇ ਉਹ ਚਾਪਲੂਸਾਂ ਨੂੰ ਹੀ ਆਉਂਦਾ ਕੰਮ ਲੈਣਾ 2 ਨੰਬਰ ਦਾ, ਤੇ ਇਹਨੇ 2 ਨੰਬਰ ਦਾ ਕੰਮ ਕਰਾਉਣਾ ਸੀ, ਕਿਉਂਕਿ ਝੂਠ ਤੇ ਚੁਗਲੀ ਭਰਨੀ ਸੀ ਉਹਦੇ ਕੰਨਾਂ ਦੇ ਵਿੱਚ। ਤੇ ਬਾਦਸ਼ਾਹ ਜਿਹੜਾ ਕੰਨਾਂ ਦੇ ਕੱਚੇ ਹੁੰਦੇ ਨੇ, ਕੱਚੇ ਹੋਣ ਦੇ ਨਾਂ 'ਤੇ ਪਹਿਲਾਂ ਸ਼ੋਭਾ ਕਰਨ ਲੱਗਾ ਉਹਨਾਂ ਦੀ। ਬਾਦਸ਼ਾਹ ਸਲਾਮਤ, ਤੁਹਾਡੇ ਵਰਗਾ ਹੋਰ ਕੋਈ ਨਹੀਂ ਸੰਸਾਰ ਦੇ ਉੱਤੇ, ਤੁਹਾਡਾ ਨਿਆਂ ਬੜਾ ਨਿਆਂਕਾਰੀ ਹੈ, ਤੁਸੀਂ ਹਮੇਸ਼ਾ ਹੀ ਲੋਕਾਂ ਦੇ ਹਿੱਤ ਵਿੱਚ ਰਹਿੰਦੇ ਹੋ, ਤੁਸੀਂ ਹਮੇਸ਼ਾ ਹੀ ਪ੍ਰਜਾ ਦਾ ਸੋਚਦੇ ਹੋ। ਬੜੀ ਸ਼ੋਭਾ ਕਰ ਰਿਹਾ ਸੀ ਮਿੱਠੇ ਮਿੱਠੇ ਬੋਲਾਂ ਦੇ ਨਾਲ। ਆਦੇ ਵੀ ਇਸ ਤਰ੍ਹਾਂ ਬੜੇ ਮਿੱਠੇ ਮਿੱਠੇ ਸੁਭਾਅ ਨਾਲ ਉਹਦੀ ਕੀਰਤੀ ਜਸ ਕਰਨ ਲੱਗਾ ਜਹਾਂਗੀਰ ਬਾਦਸ਼ਾਹ ਜੀ ਦਾ। ਹਸਤ ਸਾਬ ਹਰ ਖਤਿਓ ਸਭ ਸਭਾ ਸਰਾਇਓ। ਤੇ ਜਹਾਂਗੀਰ ਵੀ ਨੇ ਵੇਖਿਆ ਵੀ ਜਿਸ ਵੇਲੇ ਇਹਨੇ ਸ਼ੋਭਾ ਕੀਤੀ ਤੇ ਜਹਾਂਗੀਰ ਬਾਦਸ਼ਾਹ ਸੀ, ਉਹਨੇ ਵੀ ਕਹਿ ਦਿੱਤਾ, ਕਹਿੰਦੇ ਵੀ ਚੰਦੂ ਦੀਵਾਨ ਸਾਡਾ ਬੜਾ ਪੁਰਾਣਾ ਸੇਵਕ ਹੈ, ਬੜਾ ਪੁਰਾਣਾ ਸਾਡੇ ਕੋਲ ਦੀਵਾਨੀ ਕਰ ਰਿਹਾ ਹੈ ਤੇ ਇਹ ਬਹੁਤ ਇਮਾਨਦਾਰ ਭਲਾ ਲੋਕ ਹੈ। ਇਸ ਪ੍ਰਕਾਰ ਨਾਲ ਜਹਾਂਗੀਰ ਨੇ ਵੀ ਚੰਦੂ ਦੀ ਸ਼ੋਭਾ ਕਰਨੀ ਸ਼ੁਰੂ ਕਰ ਦਿੱਤੀ ਤੇ ਚੰਦੂ ਖੁਸ਼ ਹੋ ਗਿਆ। ਤੇ ਜਦੋਂ ਕਿਸੇ ਇਹੋ ਜਿਹੇ ਬੰਦੇ ਦੀ ਸ਼ੋਭਾ ਹੋਵੇ ਤੇ ਉਹਦਾ ਰਹਿਣ ਦਾ ਥਾਂ ਬਦਲ ਜਾਂਦਾ, ਉਹਦੀ ਸੋਚ ਬਦਲ ਜਾਂਦੀ, ਕਿਉਂਕਿ ਉਹਦੇ ਮਨ ਦੇ ਵਿੱਚ ਹੰਗਤਾ ਆ ਜਾਣੀ, ਹੰਕਾਰ ਆ ਜਾਣਾ। ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹ ਨਾ ਤੇ ਸ਼ੋਭਾ ਤੋਂ ਖੁਸ਼ ਹੁੰਦੇ ਤੇ ਨਾ ਬਰਿਆਈ ਤੋਂ ਦੁਖੀ। ਪਰ ਇਹ ਨਿੰਦਕ ਸੀ, ਇਹਦੀ ਸ਼ੋਭਾ ਹੋਈ ਤਾਂ ਬੜਾ ਖੁਸ਼ ਹੋਇਆ ਵੀ ਸਾਰੀ ਸਭਾ ਦੇ ਵਿੱਚ ਮੈਨੂੰ ਖੁਸ਼ ਕਰ ਦਿੱਤਾ। ਚੰਦ ਦੀਵਾਨ ਪੁਰਾਤਨੀ ਰਾਵਣ ਚਿਤ ਚਾਹਿਓ। ਆਦੇ ਵੀ ਬੜਾ ਪੁਰਾਣੇ ਸਮੇਂ ਤੋਂ ਦੀਵਾਨੀ ਕਰ ਰਿਹਾ, ਬੜੀ ਸ਼ੋਭਾ ਕੀਤੀ ਇਸ ਦੀ ਸਾਰਿਆਂ ਨੇ। ਹਾਥ ਪਾਏ ਬੋਲਿਓ ਬੋਹਰ ਸੁਨ ਪਤਹਿ ਜਹਾਨਾ। ਫਿਰ ਸਮਾਂ ਵੇਖਿਆ, ਗੱਲ ਕਰਨ ਦਾ ਸਮਾਂ ਵੇਖਿਆ ਵੀ ਬਾਦਸ਼ਾਹ ਹੁਣ ਖੁਸ਼ ਆ ਤੇ ਹੁਣ ਗੱਲ ਕਰਨੀ ਬਣਦੀ ਹੈ। ਸਮਾਂ ਵੇਖ ਕੇ ਇਹਨੇ ਫਿਰ ਆਪਣੇ ਹਿਸਾਬ ਦੇ ਨਾਲ ਗੱਲ ਸ਼ੁਰੂ ਕਰ ਲਈ, ਕਿਉਂਕਿ ਪ੍ਰਿਥੀ ਚੰਦ ਨਾਲ ਰਲਿਆ ਹੋਇਆ ਸੀ। ਤੇ ਪ੍ਰਿਥੀ ਚੰਦ ਨੂੰ ਸੱਦ ਕੇ ਤੇ ਇਹਨੇ ਜਦੋਂ ਬਾਦਸ਼ਾਹ ਦੇ ਗਾੜੀ ਸੋਚਿਆ ਸੀ ਵੀ ਮੈਂ ਹੋਰ ਇਹਦੇ ਕੰਨ ਭਰਾਂਗਾ ਤੇ ਬਾਦਸ਼ਾਹ ਛੇਤੀ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦੇਣਗੇ। ਜਦੋਂ ਇਸ ਪ੍ਰਕਾਰ ਇਹਨੇ ਵੇਖਿਆ ਵੀ ਸਮਾਂ ਆ ਗਿਆ ਤੇ ਇਹਨੇ ਬੜੀ ਛੇਤੀ ਦੇ ਨਾਲ ਜਹਾਂਗੀਰ ਬਾਦਸ਼ਾਹ ਦੇ ਗਾੜੀ ਇੱਕ ਗੱਲ ਰੱਖਣਾ ਕੀਤੀ। ਆਂਦੇ ਬੜੇ ਲੰਮੇ ਸਮੇਂ ਤੋਂ ਜਿਹੜਾ ਪ੍ਰਿਥੀ ਚੰਦ ਹੈ ਨਾ, ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦਾ ਵੱਡਾ ਸਪੁੱਤਰ ਤੇ ਗੁਰੂ ਅਰਜਨ ਦੇਵ ਮਹਾਰਾਜ ਦਾ ਵੱਡਾ ਭਰਾ, ਆਂਦੇ ਬੜੇ ਲੰਮੇ ਸਮੇਂ ਤੋਂ ਇਹ ਦੁੱਖ ਭੋਗ ਰਿਹਾ। ਕਿਉਂ? ਕਹਿੰਦੇ ਇਹਦੇ ਨਾਲ ਨਿਆਂ ਨਹੀਂ ਹੋਇਆ, ਨਿਆਂਕਾਰ ਨਹੀਂ ਕੀਤਾ, ਇਹਦੇ ਨਾਲ ਧੱਕਾ ਹੋ ਗਿਆ, ਗੁਰਤਾ ਇਹਦੀ ਬਣਦੀ ਸੀ ਤੇ ਜਿਹਦੇ ਕਰਕੇ ਇਹਨੇ ਤੁਹਾਡੇ ਗਾੜੀ ਦਰਖਾਸਤ ਲਾਈ ਸੀ। ਤੁਸੀਂ ਉਸ ਸਮੇਂ ਇਹਦੀ ਦਰਖਾਸਤ ਨੂੰ ਪੜ੍ਹਿਆ।
ਗੱਲ ਕੀਤੀ ਸੀ ਵੀ ਜਦੋਂ ਅਸੀਂ ਲਾਹੌਰ ਸ਼ਹਿਰ ਪਹੁੰਚਾਂਗੇ ਨਾ ਉਦੋਂ ਇਹਨਾਂ ਨੂੰ ਸੱਦਾਂਗੇ ਤੇ ਇਹਨਾਂ ਦਾ ਝਗੜਾ ਖਤਮ ਕਰ ਦੇਵਾਂਗੇ। ਤੇ ਬਾਦਸ਼ਾਹ ਸਲਾਮਤ ਉਹ ਸਮਾਂ ਅੱਜ ਆ ਗਿਆ, ਤੁਸੀਂ ਕਿਰਪਾ ਕਰੋ ਹੁਣ ਇਹ ਪ੍ਰਿਥੀ ਚੰਦ ਦੀ ਗੁਹਾਰ ਜਿਹੜੀ ਉਹਨੇ ਪੁਕਾਰ ਕੀਤੀ, ਤੁਹਾਡੇ ਗਾੜੀ ਦਰਖਾਸਤ ਲਾਈ, ਉਹਨੂੰ ਸੁਣ ਲਓ। ਰਹਿਓ ਪਰੀਖਤ ਸ਼ੁੱਧ ਜਿਮਾ ਭੋਜਨ ਦੇ ਸਹੇਰਾ। ਆਂਦੇ ਉਹ ਤੇ ਤੁਹਾਡੇ ਹੁਕਮ ਨੂੰ ਨਾ ਇਸ ਤਰ੍ਹਾਂ ਉਡੀਕ ਰਿਹਾ ਜਿਸ ਤਰ੍ਹਾਂ ਮਾਨੋ ਕੋਈ ਭੁੱਖਾ ਭੋਜਨ ਉਡੀਕ ਰਿਹਾ ਹੋਵੇ ਨਾ, ਤੇ ਉਹਨੂੰ ਭੋਜਨ ਮਿਲ ਜਾਵੇ, ਉਹਦੇ ਮਨ ਦੀ ਤ੍ਰਿਪਤੀ ਹੋ ਜਾਂਦੀ ਹੈ। ਇਸ ਪ੍ਰਕਾਰ ਇਹ ਤੁਹਾਡੇ ਹੁਕਮ ਨੂੰ ਉਡੀਕ ਰਿਹਾ ਵੀ ਕਦੋਂ ਬਾਦਸ਼ਾਹ ਸਲਾਮਤ ਆਖਣ ਤੇ ਇੱਥੇ ਕਿਲੇ ਦੇ ਵਿੱਚ ਲਾਹੌਰ ਸਭਾ ਦੇ ਵਿੱਚ ਬੁਲਾਇਆ ਜਾਵੇ ਤੇ ਉਹਨੂੰ ਨਿਆਂ ਮਿਲ ਸਕੇ, ਉਹ ਆਪਣੀ ਗੱਲ ਰੱਖ ਸਕੇ ਤੁਹਾਡੇ ਗਾੜੀ। ਅਬ ਆਵਨ ਕੋ ਚਾਹਤ ਹੈ ਤੁਮ ਪਾਏ ਰਜਾਈ। ਕਹਿੰਦੇ ਹੁਣ ਤੁਹਾਡਾ ਹੀ ਹੁਕਮ ਢੀਕ ਰਿਹਾ ਜੇ ਤੁਸੀਂ ਕਹੋਗੇ ਨਾ ਤੇ ਫਿਰ ਉਹਨੂੰ ਸੱਦ ਲੈਨੇ ਆ, ਉਹ ਆਣ ਕਰਕੇ ਤੁਹਾਡੇ ਕੋ ਤੇ ਇੱਥੇ ਹਾਜ਼ਰ ਹੋ ਜਾਵੇ। ਸੁਨੋ ਹੁਣ ਬੇਰੋ ਲਿਆਵ ਕਹੋ ਲੈਨੋ ਦੋਨ ਬੁਲਾਈ। ਤੇ ਇਹ ਚੰਦੂ ਦੀਵਾਨ ਕਹਿਣ ਲੱਗਾ ਵੀ ਅਸੀਂ ਇੱਕ ਹੋਰ ਗੱਲ ਤੁਹਾਨੂੰ ਕਹਿੰਦੇ ਆ। ਆਂਦੇ ਵੀ ਜਿੱਥੇ ਆਪਾਂ ਪ੍ਰਿਥੀ ਚੰਦ ਨੂੰ ਸੱਦਣਾ ਉੱਥੇ ਨਾਲ ਨਾਲ ਗੁਰੂ ਅਰਜਨ ਦੇਵ ਜੀ ਨੂੰ ਵੀ ਸੱਦੀਏ ਤੇ ਜਿਹੜਾ ਦੋਵਾਂ ਨੂੰ ਸੱਦ ਕੇ ਆਮੋ ਸਾਹਮਣੇ ਬਿਠਾ ਕਰਕੇ ਤੇ ਫੈਸਲਾ ਕਰੀਏ, ਇਕੱਲੇ ਨੂੰ ਨਾ ਸੱਦੀਏ। ਇਸ ਪ੍ਰਕਾਰ ਇਹਨੇ ਜਦੋਂ ਕਿਹਾ ਜਾਨ ਕੋ ਇਮਾਨ ਬੜ ਨਿਤ ਨਿਆ ਵਿਚਾਰ। ਕਿਉਂਕਿ ਬਾਦਸ਼ਾਹ ਦਾ ਈਮਾਨ ਹੀ ਸਭ ਤੋਂ ਵੱਡਾ ਹੁੰਦਾ ਹੈ ਵੀ ਉਹ ਨਿਆਂ ਕਰੇ, ਤੇ ਤੁਸੀਂ ਦੋਵਾਂ ਧਿਰਾਂ ਨੂੰ ਬੁਲਾਓ ਤੇ ਉਹਨਾਂ ਦਾ ਨਿਆਂ ਕਰ ਦਿਓ। ਯਥਾ ਜੋਗ ਰਖ ਪ੍ਰਜਾ ਕੋ ਸਭ ਕੋ ਕਤ ਪਾਰ। ਹੇ ਬਾਦਸ਼ਾਹ ਸਲਾਮਤ, ਤੁਸੀਂ ਤੇ ਜਥਾ ਜੋਗ ਸਾਰੀ ਪ੍ਰਜਾ ਨੂੰ ਐ ਥਾਂ ਪਰ ਥਾਂ ਰੱਖਦੇ ਜੇ, ਕਦੀ ਵੀ ਕਿਸੇ ਦਾ ਤੁਸੀਂ ਹੱਕ ਨਹੀਂ ਮਰਨ ਦਿੱਤਾ। ਜੇ ਕੋਈ ਵੀ ਤੁਹਾਡੇ ਦਰਬਾਰ ਵਿੱਚ ਆਇਆ ਉਹਦਾ ਤੁਸੀਂ ਫੈਸਲਾ ਆਪ ਕਰਾਇਆ, ਤੇ ਇਸ ਕਰਕੇ ਇਹ ਵੀ ਫੈਸਲਾ ਹੁਣ ਤੁਸੀਂ ਕਰੋ, ਨਿਆਂ ਕਰਿਓ ਵੀ ਕਿਤੇ ਗੁਰੂ ਅਰਜਨ ਦੇਵ ਜੀ ਜੋ ਜਿਹੜੇ ਹਨ ਇਸ ਸਮੇਂ ਗੁਰਤਾ ਦੇ ਮਾਲਕ ਨੇ, ਉਹ ਪ੍ਰਿਥੀ ਚੰਦ ਨਾਲ ਧੱਕਾ ਤਾਂ ਨਹੀਂ ਕਰ ਰਹੇ, ਇਹਨਾਂ ਦੇ ਨਾਲ ਕਿਤੇ ਸਾਰੀ ਜਾਇਦਾਦ ਹੜੱਪਣ ਦਾ ਕੋਈ ਕੰਮ ਤਾਂ ਨਹੀਂ ਇਹਨਾਂ ਨੇ ਕਰ ਦਿੱਤਾ। ਸਭ ਕਾਜਨ ਤੇ ਇਹ ਵੱਡੋ ਨਿਤ ਝਗਰ ਚਕਾਵੇ। ਆਂਦੇ ਵੀ ਸਾਰੇ ਕੰਮਾਂ ਨਾਲੋਂ ਇਹ ਵੱਡਾ ਕੰਮ ਹੈ ਇਸ ਵੇਲੇ ਦਾ। ਹੁਣ ਤੁਸੀਂ ਆਏ ਜੇ ਤੇ ਲਾਹੌਰ ਤੁਸੀਂ ਪਹੁੰਚੇ ਜੇ, ਇਹਨਾਂ ਨੂੰ ਸੱਦ ਕਰਕੇ ਇਹ ਝਗੜਾ ਨਿਬੇੜਨਾ ਕਰੀਏ। ਤੁਮ ਸਮਾਨ ਕੋ ਨਹਿ ਭਇਓ ਸੁਖ ਪ੍ਰਜਾ ਬਸਾਵੇ। ਤੇ ਤੁਹਾਡੇ ਸਮਾਨ ਹੋਰ ਕੋਈ ਰਾਜਾ ਨਹੀਂ, ਕਿਉਂਕਿ ਤੁਸੀਂ ਹਮੇਸ਼ਾ ਹੀ ਸਭਾ ਨੂੰ ਜਿਹੜੀ ਪ੍ਰਜਾ ਹੈ ਉਹਨਾਂ ਨੂੰ ਸੁਖ ਦੇਣਾ ਕੀਤਾ ਹੈ। ਰਾਉ ਰੰਗ ਵਿੱਚ ਨਿਆਵ ਕੇ ਤੁਮ ਲਖੈ ਸਮਾਨਾ। ਤੇ ਨਾ ਤੇ ਤੁਸੀਂ ਕੋਈ ਗਰੀਬ ਤੇ ਨਾ ਅਮੀਰ, ਰਾਓ ਰੰਗ ਕਿਸੇ ਨੂੰ ਵੀ ਨਹੀਂ ਵਹਿੰਦੀ, ਗਰੀਬ ਅਮੀਰ ਨਹੀਂ ਵੇਖਿਆ ਤੁਸੀਂ ਸਿਰਫ ਨਿਆਂ ਵੇਖਿਆ, ਜਿੱਥੇ ਨਿਆਂ ਬਣਦਾ ਉਹ ਨਿਆਂ ਕੀਤਾ, ਗਰੀਬ ਅਮੀਰ ਨੂੰ ਪਿਛਾਂਹ ਕਰ ਦਿੰਦੇ ਹੋ ਤੁਸੀਂ, ਇਸ ਪੱਖ ਨੂੰ ਤੇ ਤੁਸੀਂ ਨਜ਼ਰ ਅੰਦਾਜ਼ ਕਰ ਦਿੰਦੇ ਹੋ ਬਾਦਸ਼ਾਹ ਸਲਾਮਤ। ਕਰਿਓ ਪੈ ਬਾਣ ਕੋ ਰਖਿਓ ਨਾ ਸ਼ਾਨਾ। ਆਦੇ ਵੀ ਇਸ ਕਰਕੇ ਤੁਸੀਂ ਛੇਤੀ ਦੇ ਨਾਲ ਉਹਨਾਂ ਨੂੰ ਬੁਲਾਈਏ ਤੇ ਉਹਨਾਂ ਦਾ ਨਿਆਂ ਕਰਨਾ ਕਰਕੇ। ਸ਼ਮਸ਼ ਮਨਿੰਦ ਪ੍ਰਕਾਸ਼ ਨਾਏ ਤੁਮ ਅਨਨ ਸਾਏ। ਤੇ ਤੁਹਾਡਾ ਨਿਆਂ ਜਿਹੜਾ ਹੈ ਜਿਸ ਤਰ੍ਹਾਂ ਮਾਨੋ ਸੂਰਜ ਦੇ ਵਾਂਗ ਸੂਰਜ ਵਿੱਚ ਚਮਕ ਰਿਹਾ ਹੈ ਇਸ ਵੇਲੇ ਸੰਸਾਰ ਦੇ ਅੰਦਰ, ਜਿਸ ਤਰ੍ਹਾਂ ਸੂਰਜ ਚਮਕ ਰਿਹਾ ਨਾ ਇਸ ਤਰ੍ਹਾਂ ਤੁਹਾਡਾ ਨਿਆਂ ਚਮਕ ਰਿਹਾ ਹੈ। ਦੁਨੀਆ ਵਿੱਚ ਤੁਹਾਡੀ ਗੱਲ ਹੁੰਦੀ ਹੈ, ਸੰਸਾਰ ਵਿੱਚ ਤੁਹਾਡਾ ਜਸ ਫੈਲਿਆ ਹੈ ਵੀ ਬਾਦਸ਼ਾਹ ਜਹਾਂਗੀਰ ਬੜਾ ਨਿਆਂਕਾਰੀ ਬਾਦਸ਼ਾਹ ਹੈ। ਹੋਰ ਜਾਰ ਪਟ ਪਾਰ ਠੱਗ ਤਮ ਚਰ ਛੋ ਛਪਾਵੇ। ਤੇ ਕੋਈ ਵੀ ਆਂਦੇ ਵੇਖੋ ਜਿਹਨੇ ਚੋਰ ਚੋਰੀ ਕਰਨੋਂ ਛੱਡ ਗਏ, ਠੱਗ ਠੱਗੀ ਮਾਰਨੋਂ ਛੱਡ ਗਏ, ਡਕੈਤੀਆਂ ਕਰਨ ਵਾਲੇ ਡਾਕੂ ਪਹਾੜਾਂ ਦੀਆਂ ਕੁੰਦਰਾਂ ਵਿੱਚ ਲੁਕ ਗਏ, ਸਮਾਜ ਐ ਸਾਫ਼ ਹੋ ਗਿਆ। ਬਾਦਸ਼ਾਹ ਸਲਾਮ ਤੁਹਾਡਾ ਇੰਨਾ ਡਰ ਪੈ ਬਹਿ ਗਿਆ ਵੀ ਤੁਸੀਂ ਬਹੁਤ ਨਿਆਂਕਾਰੀ ਹੋ। ਸੁਣ ਚੰਦੂ ਤੇ ਸ਼ਾਮ ਗਏ ਗੁਰ ਢਿਗ ਨਾ ਪਠਾਇਓ। ਤੇ ਜਦੋਂ ਇਸ ਤਰ੍ਹਾਂ ਬਚਨ ਸੁਣਿਆ ਨਾ ਤੇ ਕਹਿਣ ਲੱਗੇ, ਚੰਦੂ ਨੂੰ ਕਹਿਣ ਲੱਗੇ, ਕਹਿੰਦੇ ਵੀ ਦੋਵਾਂ ਧਿਰਾਂ ਨੂੰ ਕੀ ਬੁਲਾਉਣਾ, ਕਿਉਂਕਿ ਬਾਦਸ਼ਾਹ ਸਿਆਣਾ ਸੀ, ਕਹਿੰਦਾ ਵੀ ਜਿਹਨੇ ਦਰਖਾਸਤ ਲਾਈ ਪਹਿਲਾਂ ਉਹਨਾਂ ਨੂੰ ਬੁਲਾਇਆ ਜਾਵੇ ਤੇ ਦੋਵਾਂ ਧਿਰਾਂ ਨੂੰ ਆਪਾਂ ਨਹੀਂ ਇਕੱਠਿਆਂ ਬੁਲਾਉਣਾ। ਕਰਹਿ ਪੁਕਾਰ ਜੋ ਪ੍ਰਥੀਆ ਨਿਜ ਨਿਕਟ ਬੁਲਾਇਓ।
ਪਹਿਲਾਂ ਤੇ ਪ੍ਰਿਥੀ ਚੰਦ ਨੂੰ ਬੁਲਾਈਏ ਜਿਹਨੇ ਪੁਕਾਰ ਕੀਤੀ ਹੈ, ਪਹਿਲਾਂ ਉਹਦੀ ਗੱਲ ਸਾਰੀ ਸੁਣੀਏ। ਜੇ ਉਹਦੀ ਗੱਲ ਸਾਨੂੰ ਕੁਝ ਫੱਬਦੀ ਜਾਪੀ ਫਿਰ ਉਸ ਤੋਂ ਬਾਅਦ ਅਸੀਂ ਕੋਈ ਗੱਲ ਕਰਾਂਗੇ, ਨਹੀਂ ਤੇ ਉਹਦੀ ਪੁਕਾਰ ਸੁਣ ਕੇ ਫਿਰ ਨਿਆਂ ਕਰਾਂਗੇ, ਨਹੀਂ ਤੇ ਉਸ ਤੋਂ ਬਾਅਦ ਅਸੀਂ ਗੁਰੂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਹਨਾਂ ਦੇ ਜਿਹੜੇ ਦਾਨੇ ਪ੍ਰਧਾਨੇ ਸਿੱਖ ਨੇ ਨਾ, ਜਿਸ ਤਰ੍ਹਾਂ ਉਹਨਾਂ ਦੇ ਨਾਲ ਜਿਹੜੇ ਮੋਹਦਵਾਰ ਸਿੱਖ ਹੋਣਗੇ ਫਿਰ ਉਹਨਾਂ ਨੂੰ ਸੱਦਾਂਗੇ। ਗੁਰੂ ਨੂੰ ਨਹੀਂ ਇੰਨੀ ਛੇਤੀ ਸੱਦਣਾ। ਆਪਾਂ ਸਿਆਣਾ ਸੀ ਪਰ ਬਾਅਦ ਵਿੱਚ ਜੋ ਵੀ ਇਹਨੇ ਚਾਲ ਚੱਲੀ ਆਪਣੇ ਆਪ ਚੱਲੀ, ਪਰ ਬਾਦਸ਼ਾਹ ਉਸ ਸਮੇਂ ਨੂੰ ਸਮਝਦਾ ਸੀ। ਕਹਿੰਦਾ ਵੀ ਛੇਤੀ ਦੇ ਨਾਲ ਗੁਰੂ ਨੂੰ ਨਹੀਂ ਸੱਦਾਂਗੇ, ਫਿਰ ਸਿੱਖਾਂ ਨੂੰ ਸੱਦਾਂਗੇ, ਫਿਰ ਉਹਨਾਂ ਤੋਂ ਪੁੱਛ-ਗਿੱਛ ਕਰਾਂਗੇ। ਉਹਨਾਂ ਦੀ ਪੁੱਛ-ਗਿੱਛ ਤੋਂ ਬਾਅਦ ਜੇ ਸਾਨੂੰ ਕੋਈ ਤੱਤ ਨਾ ਮਿਲਿਆ, ਸ੍ਰੀ ਗੁਰੂ ਬਾਹਰ ਬੁਲਾਏ ਹੈ ਜਬ ਪੁੱਛਤ ਨਿਹਾਰੈ, ਫਿਰ ਉਸ ਤੋਂ ਬਾਅਦ ਕਹਿੰਦੇ ਗੁਰੂ ਨੂੰ ਬੁਲਾਵਾਂਗੇ, ਨਹੀਂ ਤੇ ਪਹਿਲਾਂ ਗੁਰੂ ਨੂੰ ਨਹੀਂ ਬੁਲਾਉਣਾ। ਸਭ ਤੋਂ ਪਹਿਲਾਂ ਪ੍ਰਿਥੀ ਚੰਦ ਨੂੰ ਸੱਦ ਤੇ ਉਹਨੂੰ ਪੁੱਛੀਏ ਕੀ ਗੱਲ ਹੋਈ। ਆਂਦੇ ਵੀ ਉਸੇ ਵੇਲੇ ਜਿਸ ਵੇਲੇ ਇਹਨੇ ਇੰਨੀ ਗੱਲ ਕੀਤੀ ਤੇ ਸਾਰਿਆਂ ਨੇ ਇਹਨੂੰ ਬਾਦਸ਼ਾਹ ਸਲਾਮਤ ਦੇ ਗਾੜੀ ਸਿਰ ਝੁਕਾਇਆ ਤੇ ਜਿਹੜੀ ਸਭਾ ਸੀ ਹੱਥ ਜੋੜ ਕਹਿ ਭਲਾ ਜੀ ਉੱਠ ਸ਼ਾਹ ਗਇਓ ਹੈ, ਹੱਥ ਜੋੜ ਕੇ ਸਾਰਿਆਂ ਨੂੰ ਕਹਿੰਦੇ ਉਹਨੇ ਅਦਾ ਸਲਾਮ ਕੀਤੀ ਤੇ ਉਹ ਸਭਾ ਨੂੰ ਬਰਖਾਸਤ ਕਰ ਦਿੱਤਾ। ਖਤਮ ਹੋਈ ਸਭਾ ਅੱਜ ਦੀ। ਬਰਖਾਸਤ ਸਭ ਸਭਾ ਮੁੰਦ ਚੰਦ ਭਇਓ ਹੈ। ਆਂਦੇ ਵੀ ਜਿੰਨੇ ਬੈਠੇ ਸਨ ਨਾ ਸਾਰੇ ਦੀਵਾਨ, ਜਿੰਨੇ ਵੀ ਅਹਿਲਕਾਰ, ਸਾਰਿਆਂ ਨੂੰ ਕਹਿ ਦਿੱਤਾ ਵੀ ਜਿਹੜੀ ਸਭਾ ਹੁਣ ਬਰਖਾਸਤ ਹੋ ਗਈ ਹੈ। ਤੇ ਇਸ ਕਰਕੇ ਜਹਾਂਗੀਰ ਵੀ ਉੱਠ ਕੇ ਆਪਣੇ ਜਿਹੜਾ ਮਹਿਲਾਂ ਵੱਲ ਨੂੰ ਤੁਰ ਪਿਆ ਤੇ ਚੰਦੂ ਅੰਦਰੋਂ ਅੰਦਰੀ ਖੁਸ਼ ਹੋ ਗਿਆ ਵੀ ਇਹ ਤੇ ਬੜੀ ਚੰਗੀ ਗੱਲ ਹੋ ਗਈ, ਜਿਹੜੀ ਗੱਲ ਸ਼ੁਰੂ ਹੋ ਗਈ ਹੁਣ ਗੁਰੂ ਨੂੰ ਮੈਂ ਆਪੇ ਹੀ ਸੱਦ ਲਵਾਂਗਾ। ਮਨ ਹੀ ਮਨ ਸੋਚਦਾ ਹੈ, ਸਦਨ ਆਏ ਤਿਸ ਚਾਰ ਕੋ ਸਭ ਕਹਿਓ ਪ੍ਰਸੰਗਾ। ਆਂਦੇ ਵੀ ਬਹੁਤ ਪ੍ਰਸੰਨ ਹੋਇਆ, ਬੜਾ ਖੁਸ਼ ਹੋਇਆ, ਮਨ ਦੇ ਵਿੱਚ ਇਹਦੇ ਵਿਉਂਤਾਂ ਬਣਨੀਆਂ ਸ਼ੁਰੂ ਹੋ ਗਈਆਂ। ਤੇ ਜਿਹੜਾ ਸੁਨੇਹਾ ਦੇਣ ਵਾਲਾ ਸੀ ਨਾ, ਇੱਕ ਬੰਦਾ ਇਹਨੇ ਭੇਜਿਆ ਵੀ ਜਾ ਕਰਕੇ ਛੇਤੀ ਨਾਲ ਪ੍ਰਿਥੀ ਚੰਦ ਨੂੰ ਸੁਨੇਹਾ ਦੇ ਦਿਓ ਮੇਰਾ, ਹੁਣ ਉਹਨੂੰ ਦੱਸ ਦਿਓ ਵੀ ਤੈਨੂੰ ਬਾਦਸ਼ਾਹ ਸਲਾਮਤ ਨੇ ਲਾਹੌਰ ਸੱਦਿਆ ਤੇ ਛੇਤੀ ਦੇ ਨਾਲ ਆਪਣੇ ਨਗਰ ਤੋਂ ਚੱਲ ਕੇ ਆ ਤੇ ਹੁਣ ਆਪਾਂ ਬਾਦਸ਼ਾਹ ਸਲਾਮਤ ਦੇ ਗਾੜੀ ਪੇਸ਼ ਹੋ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਬਰਖਲਾਫ ਜਿਹੜਾ ਕੇਸ ਦਰਜ ਕਰਵਾਇਆ ਨਾ, ਉਹਦੀ ਜਿਹੜਾ ਨਿਆਂ ਕਰਵਾਈਏ। ਆਂਦੇ ਵੀ ਉਹ ਜਿਹੜਾ ਸੁਨੇਹਾ ਲੈ ਕੇ ਜਾਣ ਵਾਲਾ ਸੀ ਨਾ, ਕੋਠੇ ਨਗਰ ਦੇ ਵਿੱਚ ਪਹੁੰਚਿਆ। ਇਹ ਕੋਠਾ ਨਗਰ ਜੋ ਮਾਲਵੇ ਦੇ ਵਿੱਚ ਹੈ, ਮਾਲਵੇ ਦੇ ਅੰਦਰ ਇਹਨੇ ਆਪਣਾ ਇਹ ਘਰ ਬਣਾਇਆ ਸੀ, ਉੱਥੇ ਇਹਨੇ ਪਿੰਡ ਵਸਾਇਆ ਸੀ ਕੋਠਾ ਨਗਰ, ਤੇ ਉੱਥੇ ਹੀ ਇਹਨੇ ਆਪਣਾ ਬਾਲ ਪਰਿਵਾਰ ਸਾਰਾ ਲੈ ਕੇ ਚਲਾ ਗਿਆ ਸੀ। ਜ਼ਮੀਨ ਜਾਇਦਾਦ ਵੀ ਉੱਥੇ ਹੀ ਬਣਾਈ ਸੀ ਪ੍ਰਿਥੀ ਚੰਦ ਨੇ। ਇਹ ਮਾਲਵੇ ਦੇ ਵਿੱਚ ਸਾਬੋ ਕੀ ਤਲਵੰਡੀ ਦੇ ਲਾਗੇ ਹੀ ਪੈਂਦਾ ਹੈ। ਉੱਥੇ ਜਾ ਕੇ ਜਦੋਂ ਉਹ ਬੰਦਾ ਪਹੁੰਚਿਆ, ਬੈਠਿਓ ਕਰਤ ਪ੍ਰਤੀਖਣਾ ਮਿਲ ਸਕਲ ਸੁਨਾਈ। ਅਗਲੇ ਪਾਸੇ ਪ੍ਰਿਥੀ ਚੰਦ ਬੈਠਾ ਉਡੀਕ ਹੀ ਰਿਹਾ ਸੀ ਵੀ ਕਿਹੜੇ ਵੇਲੇ ਸੁਨੇਹਾ ਆਵੇ ਤੇ ਮੈਂ ਲਾਹੌਰ ਨੂੰ ਜਾਵਾਂ। ਜਦੋਂ ਇਹਨੇ ਵੇਖਿਆ ਵੀ ਸੁਨੇਹਾ ਲੈ ਕੇ ਆਉਣ ਵਾਲਾ ਪਹੁੰਚਿਆ, ਪ੍ਰਿਥੀ ਚੰਦ ਖੁਸ਼ ਹੋ ਗਿਆ। ਆਣ ਕੇ ਉਹਨੇ ਪ੍ਰਿਥੀ ਚੰਦ ਨੂੰ ਨਮਸਕਾਰ ਕੀਤੀ ਤੇ ਕੋਲ ਬੈਠ ਕੇ ਸਿਮਰਿਓ ਹਜ਼ਰਤ ਨੇ ਚਲੋ ਨਹਿ ਗਹਿਰ ਲੱਗੀ ਜੈ। ਆਦੇ ਵੀ ਕਹਿਣ ਲੱਗਾ ਵੀ ਤੈਨੂੰ ਹਜ਼ਰਤ ਬਾਦਸ਼ਾਹ ਨੇ ਸੱਦਿਆ ਹੈ, ਜਹਾਂਗੀਰ ਨੇ ਤੈਨੂੰ ਯਾਦ ਕੀਤਾ ਹੈ। ਪ੍ਰਿਥੀ ਚੰਦ ਜੀ ਛੇਤੀ ਚਲੋ, ਹੁਣ ਬਹੁਤਾ ਸਮਾਂ ਨਹੀਂ ਲਾਉਣਾ, ਗੁਰੂ ਕਿਰਪਾ ਕਰੇ। ਆਂਦੇ ਵੀ ਪਰਮੇਸ਼ਰ ਕਿਰਪਾ ਕਰੇ ਵੀ ਤੂੰ ਜਿੱਤ ਜਾਵੇਗਾ। ਆਂਦੇ ਵੀ ਇਸ ਪ੍ਰਕਾਰ ਇਹਨੂੰ ਹੌਸਲਾ ਵੀ ਦੇ ਦਿੱਤਾ ਵੀ ਰੱਬ ਨੇ ਹੁਣ ਤੇਰੇ 'ਤੇ ਰਹਿਮ ਕੀਤਾ, ਤਰਸ ਕਰ ਦਿੱਤਾ, ਰੱਬ ਦਾ ਤਰਸ ਤੇਰੇ 'ਤੇ ਬਣ ਗਿਆ। ਤੇ ਜਹਾਂਗੀਰ ਕੋਲ ਪਹੁੰਚ ਤੇ ਉੱਥੇ ਜਾ ਕੇ ਉਹਨਾਂ ਦੇ ਗਾੜੀ ਪੇਸ਼ ਹੋ ਤੇ ਆਪਣੇ ਭਰਾ ਤੋਂ ਨਿਆਂ ਲੈ ਲਏ। ਅਰਖਤ ਚੰਦੂ ਨੇ ਪਠਿਓ ਮਗ ਮਹਿ ਪਲ ਦੀਜੈ। ਆਂਦੇ ਵੀ ਚੰਦੂ ਨੇ ਬਹੁਤ ਖੁਸ਼ ਹੋ ਕੇ ਇਹ ਸੁਨਾਖ ਲਾਇਆ ਹੈ ਤੇ ਉਹ ਕਹਿੰਦਾ ਵੀ ਛੇਤੀ ਦੇ ਨਾਲ ਇੱਥੇ ਆ ਜਾ, ਹੁਣ ਬਹੁਤਾ ਸਮਾਂ ਨਾ ਲਾਈ, ਬਹੁਤਾ ਟਾਈਮ ਨਾ ਲਾਈ, ਹੁਣ ਤੂੰ ਛੇਤੀ ਨਾਲ ਚੱਲ ਕੇ ਲਾਹੌਰ ਪਹੁੰਚਣਾ ਕਰ। ਹੌਸਲਾ ਉਰ ਵਧਿਓ
ਜਦੋਂ ਪ੍ਰਿਥੀ ਚੰਦ ਨੂੰ ਇਹ ਖਬਰ ਮਿਲੀ ਨਾ ਤੇ ਕਹਿੰਦੇ ਉਹਦਾ ਹੌਸਲਾ ਦੂਣ ਸਵਾਇਆ ਹੋ ਗਿਆ। ਬੜਾ ਖੁਸ਼ ਹੋਇਆ ਵੀ ਹੁਣ ਤੇ ਮੈਂ ਕੇਸ ਜੇਤੀ ਜਾਵਾਂਗਾ, ਗੁਰਤਾ ਹੁਣ ਮੇਰੀ ਹੋਵੇਗੀ, ਹੁਣ ਮੈਂ ਗੁਰੂ ਅਰਜਨ ਨੂੰ ਛੱਡਾਂਗਾ ਨਹੀਂ, ਮੌਤ ਦੇ ਘਾਟ ਉਤਾਰਾਂਗਾ, ਇਹਨਾਂ ਨੂੰ ਖਤਮ ਕਰਾ ਦੇਵਾਂਗਾ ਮੁਗਲ ਸਲਤਨਤ ਦੇ ਕੋਲੋਂ। ਬੜੀਆਂ ਵਿਉਂਤਾਂ ਘਟਣ ਲੱਗਾ, ਬੜਾ ਖੁਸ਼ ਹੋ ਗਿਆ ਮਨ ਹੀ ਮਨ। ਤੇ ਤਿਆਰੀ ਕਰਵਾਉਣ ਲੱਗਾ ਵੀ ਚਲੋ ਚੱਲੀਏ ਲਾਹੌਰ ਨੂੰ। ਤੇ ਉਸੇ ਵੇਲੇ ਇਹਦਾ ਪੁੱਤਰ ਮਿਹਰਬਾਨ ਤੇ ਨਾਲ ਕਰਮੋ ਆ ਗਈ, ਇਹਦੀ ਘਰ ਵਾਲੀ। ਉੱਥੇ ਪਹੁੰਚ ਕੇ ਜਿੱਥੇ ਤਿਆਰੀਆਂ ਕਰਨ ਦੀਆਂ ਜਜ ਖੁਸ਼ ਹੋ ਗਿਆ ਨਾ ਵੀ ਮੈਂ ਹੁਣ ਛੇਤੀ ਦੇ ਨਾਲ ਲਾਹੌਰ ਨੂੰ ਜਾਵਾਂ ਤੇ ਨਿਆਂ ਲੈ ਕੇ ਆਵਾਂ, ਗੁਰਤਾ ਗੱਦੀ ਦਾ ਮਾਲਕ ਬਣ ਕੇ ਆਵਾਂ। ਤੇ ਕਰਮੋ ਤੇ ਮਿਹਰਬਾਨ ਆਣ ਕੇ ਇਹਦੇ ਕੋਲ ਖਲੋ ਗਏ। ਕਰਮੋ ਕਹਿਣ ਲੱਗੀ ਵੀ ਕਹਿੰਦੀ ਮੈਂ ਤੁਹਾਨੂੰ ਕੀ ਕਵਾਂ, ਹੈ ਤੇ ਤੁਸੀਂ ਬਹੁਤ ਸਿਆਣੇ, ਪਰ ਮੈਂ ਇਹ ਗੱਲ ਜ਼ਰੂਰ ਕਵਾਂਗੀ ਵੀ ਜਿਹੜੀ ਗੱਲ ਸਭਾ ਦੇ ਵਿੱਚ ਵੀ ਕਰਨੀ ਉਹ ਵੀ ਸਿਆਣੀ ਕਰਿਓ। ਇਸ ਪ੍ਰਕਾਰ ਕਰਮੋ ਜਿਹੜੀ ਸੀ ਉਹ ਪ੍ਰਿਥੀ ਚੰਦ ਨੂੰ ਸਮਝਾਉਣ ਲੱਗੀ। ਇਸ ਪ੍ਰਕਾਰ ਗੱਲ ਕਰਿਓ ਵੀ ਜਿਹੜੀ ਸਹਿਜ ਸੁਭਾਅ ਲੱਗੇ ਵੀ ਤੁਸੀਂ ਸੱਚੇ ਹੀ ਹੋ। ਪਹਿਲਾਂ ਤੇ ਇੰਨਾ ਬਚਨ ਇਹਨੇ ਕਰ ਲਿਆ ਕਰਮੋ ਨੇ। ਪਰ ਇੱਕ ਗੱਲ ਦਾ ਖਿਆਲ ਰੱਖਿਓ, ਇਹ ਨਾ ਹੋਵੇ ਵੀ ਮੁਗਲਾਂ ਦੇ ਕੋਲ ਜਾਣਾ ਤੁਸੀਂ ਤੇ ਉਹਨਾਂ ਦੇ ਕੋਲ ਜਾ ਕੇ ਤੁਹਾਡੇ ਕੋਲ ਕੋਈ ਅਨਾਪ ਸ਼ਨਾਪ ਬੋਲਿਆ ਜਾਵੇ, ਕੋਈ ਗਲਤ ਗੱਲ ਬੋਲੀ ਜਾਵੇ ਤੇ ਜਿਹਦਾ ਦੰਡ ਆਪਾਂ ਸਾਰਿਆਂ ਨੂੰ ਭੋਗਣਾ ਪਵੇ। ਇਹ ਗੱਲ ਦਾ ਧਿਆਨ ਰੱਖਿਓ, ਕੋਈ ਉੱਥੇ ਗਲਤ ਗੱਲ ਨਾ ਹੋ ਜਾਵੇ। ਤੇ ਜਿਹਦੇ ਨਾਲ ਜਾ ਕਰਕੇ ਸਾਡੀ ਇੱਜ਼ਤ ਦੇ ਉੱਤੇ ਕੋਈ ਦਾਗ ਆਵੇ, ਸਾਡੇ ਬਰਖਲਾਫ ਕੋਈ ਗੱਲ ਹੋਵੇ, ਸ਼ਰੀਕੇ ਵਿੱਚ ਗੱਲਾਂ ਹੋਣ, ਇਹਦੇ ਨੂੰ ਪਹਿਲਾਂ ਸੋਚ ਸਮਝ ਕੇ ਗੱਲ ਕਰਨਾ ਕਰਿਓ। ਆਂਦੇ ਵੀ ਉਸ ਵੇਲੇ ਫਿਰ ਚਲੇ ਜੀਵ ਕਾ ਬਹੁਤ ਅਬ। ਤੇ ਜਦੋਂ ਇਹ ਮਨ ਹੀ ਮਨ ਜਦੋਂ ਇਹ ਤੁਰਨ ਲੱਗਾ ਨਾ ਚਲੋ ਜੀਵ ਕਾ, ਤੇ ਉਸੇ ਵੇਲੇ ਕਿਸੇ ਨੇ ਬਾਹਰ ਛਿੱਕ ਮਾਰ ਦਿੱਤੀ। ਤੇ ਕਹਿੰਦੇ ਇਹਦੇ ਜਦੋਂ ਵੇਖਿਆ ਤੇ ਜਾ ਕਰਕੇ ਜਦੋਂ ਕਰਮੋ ਨੇ ਵੇਖਿਆ ਉਹਦੇ ਮਨ ਦੇ ਵਿੱਚ ਜੁੱਤੀ ਆ ਗਈ, ਮਨ ਦੇ ਵਿੱਚ ਡਰ ਗਈ, ਬਹੁਤ ਘਬਰਾ ਗਏ। ਤੇ ਕਹਿੰਦੇ ਤੁਸੀਂ ਤੁਰਕਾਂ ਦੇ ਕੋਲ ਚੱਲੇ ਜੇ, ਇਹ ਨਾ ਹੋਵੇ ਉੱਥੇ ਸਨਮਾਨ ਨਾ ਮਿਲੇ, ਤੁਹਾਡਾ ਆਦਰ ਨਾ ਹੋਵੇ, ਬੜਾ ਸੋਚ ਸਮਝ ਕੇ ਜਾਣਾ ਕਰਿਓ। ਤੇ ਜੇ ਕੁਝ ਹੋ ਗਿਆ ਤੇ ਸ਼ਰੀਕ ਜਿਹੜੇ ਨੇ ਬਹੁਤਾ ਹੱਸਣਾ ਕਰਨਗੇ ਸਾਡੇ ਉੱਤੇ। ਕਹਿੰਦੇ ਵੀ ਉਹਨਾਂ ਨੂੰ ਫਿਰ ਬੜਾ ਹਾਸਾ ਬਣ ਜਾਵੇਗਾ। ਮੈਨੂੰ ਨਹੀਂ ਚੰਗਾ ਲੱਗ ਰਿਹਾ ਵੀ ਤੁਸੀਂ ਜਾਓ। ਬਾਅਦ ਵਿੱਚ ਘਬਰਾਉਣਾ ਵੀ ਕੀਤਾ ਵੀ ਮੈਨੂੰ ਚੰਗਾ ਨਹੀਂ ਲੱਗ ਰਿਹਾ ਤੁਸੀਂ ਜਾਓ, ਕਿਉਂਕਿ ਇਹਦੇ ਮਨ ਦੇ ਵਿੱਚ ਇਹ ਸੀ, ਡਰ ਸੀ, ਥੋੜ੍ਹਾ ਭੈ ਵੀ ਸੀ। ਇੱਕ ਪਾਸਿਓਂ ਇਹਨੇ ਪ੍ਰਿਥੀ ਚੰਦ ਨੂੰ ਇਹ ਵੀ ਕਹਿਣਾ ਕੀਤਾ ਵੀ ਆਪਾਂ ਨੂੰ ਗੁਰੂ ਸਾਹਿਬ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ, ਜਾਇਦਾਦ ਬਹੁਤ ਦਿੱਤੀ ਹੈ, ਸੁੱਖ ਦਾ ਰੋਟੀ ਪਾਣੀ ਵੀ ਖਾ ਰਹੇ ਹਾਂ, ਤੇ ਮੈਂ ਤੇ ਕਹਿੰਦੀ ਤੁਸੀਂ ਛੱਡੋ, ਆਪਾਂ ਕੀ ਲੈਣਾ ਇਸ ਕੰਮ ਦੇ ਵਿੱਚੋਂ। ਪਰ ਫਿਰ ਪ੍ਰਿਥੀ ਦੀ ਜਿੱਦ ਦੇ ਕਰਕੇ ਜਦੋਂ ਇਹਨੇ ਇਤਰਾ ਕੀਤਾ ਵੀ ਪ੍ਰਿਥੀ ਚੰਦ ਨੇ ਜਿੱਦ ਕੀਤੀ ਵੀ ਮੈਂ ਜਾਣਾ ਜਾਣਾ, ਇਹ ਸਮਾਂ ਹੈ ਮੇਰਾ, ਹੁਣ ਮੈਨੂੰ ਜਾਣਾ ਚਾਹੀਦਾ। ਤੇ ਇਹ ਰੋਕ ਰਹੀ ਹੈ ਉਹਨੂੰ ਵੀ ਮੈਨੂੰ ਚੰਗਾ ਨਹੀਂ ਲੱਗ ਰਿਹਾ, ਵੀ ਤੁਸੀਂ ਨਾ ਜਾਓ ਤੇ ਬੜੀ ਚੰਗੀ ਗੱਲ ਹੋਵੇਗੀ। ਤੇ ਜਿਹੜੇ ਗੁਰੂ ਸਾਹਿਬ ਨੇ ਬੇਅੰਤ ਪਦਾਰਥ ਦਿੱਤੇ ਨੇ, ਸਾਡਾ ਬਹੁਤ ਵਧੀਆ ਗੁਜਰਾਨ ਹੋ ਰਿਹਾ ਹੈ। ਤੇ ਪ੍ਰਿਥੀ ਚੰਦ ਨੇ ਬੜੇ ਪਿਆਰ ਦੇ ਨਾਲ ਕਰਮ ਨੂੰ, ਆਪਣੀ ਘਰਵਾਲੀ ਨੂੰ ਧੀਰਜ ਦੇਣਾ ਕੀਤਾ, ਸਮਝਾਇਆ ਵੀ ਤੂੰ ਇਸ ਤਰ੍ਹਾਂ ਨਾ ਕਰ, ਆਪਣਾ ਦਿਲ ਛੋਟਾ ਨਾ ਕਰ। ਤੇ ਕਹਿੰਦੇ ਹੁਣ ਤੇ ਸਮਾਂ ਵਾ ਗੁਰਤਾ ਗੱਦੀ ਲੈਣ ਦਾ, ਜੇ ਹੁਣ ਨਾ ਮਿਲੀ ਫਿਰ ਆਪਾਂ ਨੂੰ ਕਦੀ ਵੀ ਗੁਰਤਾ ਗੱਦੀ ਨਹੀਂ ਮਿਲਣੀ। ਇਹ ਸਮਾਂ ਆਪਾਂ ਆਪਣੇ ਹੱਥੋਂ ਜਾਣ ਨਹੀਂ ਦੇਣਾ। ਜਿਉਂਦੇ ਰਵਾਂਗੇ ਕਹਿੰਦੇ ਆਪਣੇ ਦੁਸ਼ਮਣਾਂ ਨੂੰ ਖਤਮ ਕਰੂੰਗਾ,
ਤੇ ਜਿਉਂਦਾ ਰਹੂੰਗਾ ਨਾ ਜਦੋਂ ਮੈਂ, ਤੇ ਵਾਪਸ ਆਣ ਕੇ ਫਿਰ ਤੁਹਾਨੂੰ ਮਿਲ ਲਵਾਂਗਾ। ਪਰ ਹੁਣ ਮੈਨੂੰ ਰੋਕਣਾ ਨਾ ਕਰ, ਮੈਂ ਜਾਣਾ ਹੈ ਤੇ ਆਪਣਾ ਨਿਆਂ ਲੈ ਕੇ ਆਉਣਾ ਹੈ। ਤਦ ਬੈਠੂੰ ਦਰ ਸ਼ਾਹ ਕੇ ਲਿਓ ਕਿ ਮੈਂ ਰਜਾਈ। ਤੇ ਜੇ ਉਸ ਬਾਦਸ਼ਾਹ ਨੇ ਨਿਆਂ ਨਾ ਕੀਤਾ ਤੇ ਮੈਂ ਉਹਦਾ ਦੁਬਾਰਾ ਨਹੀਂ ਛੱਡਣਾ, ਮੈਂ ਢੀਠ ਹੋ ਕੇ ਉੱਥੇ ਬਹਿ ਜਾਣਾ ਵੀ ਮੇਰਾ ਫੈਸਲਾ ਕਰੋਗੇ ਤੇ ਮੈਂ ਜਾਵਾਂਗਾ, ਨਹੀਂ ਤੇ ਮੈਂ ਇੱਥੋਂ ਜਾਣਾ ਨਹੀਂ। ਮਿਹਰਬਾਨ ਮਨ ਪੁੱਤਰ ਸੁਖ ਬਹੁ ਵਿਦ ਕੇ ਪਾਵੈ। ਮਿਹਰਬਾਨ ਨੂੰ ਇਹਨੇ ਆਪਣੀ ਗੋਦ ਵਿੱਚ ਬਿਠਾਇਆ, ਮੱਥਾ ਚੁੰਮਿਆ ਤੇ ਅਸੀਸਾਂ ਦਿੰਦਾ ਹੋਇਆ ਕਹਿਣ ਲੱਗਾ, ਸਮਝਾਇਆ ਸਾਰਾ ਵੀ ਘਰ ਪਰਿਵਾਰ ਦਾ ਖਿਆਲ ਰੱਖਿਓ। ਇਸ ਪ੍ਰਕਾਰ ਸਮਝਾ ਕਰਕੇ ਮਿਹਰਬਾਨ ਨੂੰ ਤੇ ਘਰੋਂ ਨਿਕਲਣ ਲੱਗਾ। ਹੋਏ ਯਾਰ ਬਲ ਬਿਤ ਗਈ ਦਿਨ ਅਲਪ ਰਹਾਵੈ। ਆਂਦੇ ਵੀ ਮੇਰੀ ਤੇ ਜਿਹੜੀ ਉਮਰ ਹੈ ਉਹ ਬਹੁਤੀ ਨਿਕਲ ਗਈ, ਥੋੜੀ ਰਹਿ ਗਈ, ਪਰ ਮੇਰਾ ਪੁੱਤਰ ਜਿਹੜਾ ਮਿਹਰਬਾਨ ਹੈ ਇਹ ਤੇ ਅਗਾਂਹ ਸੁੱਖ ਲਵੇਗਾ ਨਾ, ਮੇਰੀ ਤੇ ਬਹੁਤੀ ਉਮਰ ਰਹੀ ਨਹੀਂ। ਕੀਤੀ ਤੇ ਇਹਨੇ ਸਹਿਜ ਸੁਭਾਅ ਗੱਲ ਸੀ, ਪਰ ਸਤਿਗੁਰੂ ਅਕਾਲ ਪੁਰਖ ਨੂੰ ਇਹ ਗੱਲ ਭਾਈ, ਕਿਉਂਕਿ ਇਹਦਾ ਸਮਾਂ ਵਾਕਿਆ ਹੀ ਨਿਕਟ ਆਇਆ ਸੀ, ਇਹਨੇ ਛੇਤੀ ਹੀ ਖਤਮ ਹੋਣਾ ਸੀ, ਇਹਨੂੰ ਸੂਲ ਉੱਠਣੀ ਜਿਸ ਤਰ੍ਹਾਂ ਖਤਮ ਹੋਣਾ। ਮਨ ਦੇ ਵਿੱਚ ਇਹ ਪਹਿਲਾਂ ਹੀ ਕਹਿ ਬੈਠਾ ਵੀ ਮੇਰੀ ਉਮਰ ਹੁਣ ਥੋੜੀ ਰਹਿ ਗਈ ਤੇ ਮੇਰਾ ਪੁੱਤਰ ਮਿਹਰਬਾਨ ਹੁਣ ਗੁਰਤਾ ਦਾ ਸੁੱਖ ਲਵੇਗਾ ਜਦੋਂ ਮੈਂ ਗੁਰਤਾ ਲਵਾਂਗਾ। ਇਸ ਪ੍ਰਕਾਰ ਗੱਲਾਂ ਕਰਦਾ ਹੋਇਆ ਅੰਗ ਲਿਓ ਮਿਲ ਪ੍ਰੇਮ ਕਰ ਸੁੰਦਤ ਮੁਖ ਭਾਲਾ। ਆਂਦੇ ਇਹ ਫਿਰ ਤੁਰਨ ਲੱਗਾ, ਫਿਰ ਤਿਆਰੀ ਕਰਨ ਲਈ ਤੇ ਮੁਖ ਨੂੰ ਚੁੰਮ ਕੇ ਵਾਪਸ ਤੁਰਨ ਲੱਗਾ, ਲਾਹੌਰ ਸ਼ਹਿਰ ਨੂੰ ਚੱਲਣ ਲੱਗਾ। ਸਰਬ ਰੀਜ ਸਮਝਾਏ ਕੈ ਚਾਹਤ ਚਿਤ ਚਾਲਾ। ਤੇ ਘਰ ਵਾਲੀ ਨੂੰ ਵੀ ਸਾਰੇ ਘਰ ਦੀ ਗੱਲਬਾਤ ਸਮਝਾਉਣਾ ਕੀਤੀ, ਰਹੁ ਰੀਤੀ ਸਮਝਾਈ। ਨਿਕਸਤ ਸਨਮੁਖ ਸ਼ੀਕ ਭੀ ਫਰ ਤੋਬਾ ਮੰਗਾ। ਜਦੋਂ ਇਹਨੇ ਕਹਿੰਦੇ ਘਰ ਚੋਂ ਬੈਰ ਬਾਹਰ ਪਾਇਆ ਨਾ, ਤੇ ਉਸੇ ਵੇਲੇ ਕੋਈ ਰਾਹ 'ਚ ਆਉਂਦਾ ਉਹਨੇ ਛਿੱਕ ਮਾਰ ਦਿੱਤੀ ਤੇ ਨਾਲ ਹੀ ਜਿਹੜੀ ਕਰਮ ਉਹਦੀ ਨਾ ਸੱਜੀ ਅੱਖ ਫੜਕਣ ਲੱਗ ਪਈ। ਉਸ ਸਮੇਂ ਦਾ ਉਹਨਾਂ ਦਾ ਹੋਵੇਗਾ ਵੀ ਭਰਮ ਹੈ, ਭਰਮ ਦੇ ਵਿੱਚ ਦੁਨੀਆ ਜੀਂਦੀ ਅੱਜ ਵੀ ਬਥੇਰੀ ਹੈ। ਵੀ ਇਹੋ ਜਿਹੇ ਕੰਮਾਂ ਨੂੰ ਬਥੇਰਾ ਲੋਕੀ ਸਮਝ ਲੈਂਦੇ ਨੇ ਛੇਤੀ, ਪਰ ਗੁਰੂ 'ਤੇ ਭਰੋਸਾ ਨਹੀਂ। ਜੇ ਮਹਾਰਾਜ ਸਾਹਿਬ 'ਤੇ ਭਰੋਸਾ ਹੋਵੇ ਫਿਰ ਇਹੋ ਜਿਹੀਆਂ ਚੀਜ਼ਾਂ ਅਸਰ ਨਹੀਂ ਕਰਦੀਆਂ, ਕਿਉਂਕਿ ਇਹ ਚੀਜ਼ਾਂ ਉਹਦੇ 'ਤੇ ਅਸਰ ਕਰਨਗੀਆਂ ਜਿਹਦਾ ਹਿਰਦਾ ਛੋਟਾ ਹੋਵੇਗਾ, ਦਿਲ ਛੋਟਾ, ਤੇ ਭਰੋਸਾ ਨਹੀਂ ਹੋਵੇਗਾ ਮਹਾਰਾਜ ਸਾਹਿਬ 'ਤੇ। ਤੇ ਇਹ ਕਰਮ ਹੋਣਾ ਦਾ ਤੇ ਭਰੋਸਾ ਪਹਿਲਾਂ ਹੀ ਟੁੱਟਾ ਸੀ ਮਹਾਰਾਜ ਸਾਹਿਬ ਜੀ ਤੋਂ। ਤੇ ਜਦੋਂ ਇਹਨੇ ਵੇਖਿਆ ਵੀ ਇੱਕ ਛਿੱਕ ਮਾਰ ਦਿੱਤੀ, ਰਾਹ ਤੁਰਨ ਲੱਗੇ ਕਿਸੇ ਨੇ, ਉਧਰੋਂ ਇਹਦੀ ਅੱਖ ਫੜਕਣੀ ਸ਼ੁਰੂ ਹੋ ਗਈ ਸੱਜੀ, ਤੇ ਮਨ ਹੀ ਮਨ ਸੋਚਣ ਲੱਗੀ ਸਮਦਾ ਕੋ ਸਿਰ ਭਾਰ ਧਰ ਨਰ ਮਿਲਿਓ ਕੋ ਟੰਗਾ। ਵੀ ਮੈਂ ਇਹਨਾਂ ਨੂੰ ਰੋਕ ਲਵਾਂ। ਇੰਨੇ ਚਿਰ ਨੂੰ ਕਹਿੰਦੇ ਇੱਕ ਬੰਦਾ ਹੋਰ ਸਿਰ ਤੇ ਲੱਕੜਾਂ ਚੁੱਕ ਕੇ ਤੁਰਿਆ ਆਵੇ, ਬਾਲਣ ਲੈ ਕੇ ਤੁਰਿਆ ਆਵੇ। ਜਦੋਂ ਬਾਲਣ ਲੈ ਕੇ ਤੁਰਿਆ ਆਉਂਦਾ ਦੇਖਿਆ ਇਹਦੇ ਮਨ 'ਚ ਹੋਰ ਭਰਮ ਪੈ ਗਿਆ ਵੀ ਜਦੋਂ ਇਹੋ ਜਿਹੇ ਛਿੰਨ ਹੋ ਜਾਣ, ਇਹੋ ਜਿਹੇ ਲੱਛਣ ਹੋ ਜਾਣ ਤੇ ਫਿਰ ਬੰਦਾ ਜਿਉਂਦਾ ਵਾਪਸ ਨਹੀਂ ਆਉਂਦਾ। ਇਹਦੇ ਮਨ ਦੇ ਵਿੱਚ ਪਹਿਲਾਂ ਹੀ ਡਰ ਪੈ ਗਿਆ। ਸੰਸੇ ਕਰਮੋ ਬਹੁ ਕਰੈ ਲੈ ਸਕੈ ਹਟਾਈ। ਬੜਾ ਮਨ ਦੇ ਵਿੱਚ ਸੰਸਾ ਆਇਆ, ਬਥੇਰਾ ਪ੍ਰਿਥੀ ਚੰਦ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਰੁਕਿਆ। ਬਲੋਚਨ ਦਾਹਨੋ ਲਖ ਔਰ ਦੁਖਦਾਈ। ਆਂਦੇ ਵੀ ਇਹ ਫਿਰ ਤੁਰਨ ਲੱਗਾ, ਕਹਿਣ ਲੱਗਾ ਵੀ ਨਹੀਂ ਮੈਂ ਹੁਣ ਜਾਣਾ ਹੈ। ਇਹਨੇ ਬੜਾ ਸਮਝਾਇਆ, ਬੜੇ ਪ੍ਰੇਮ ਦੇ ਨਾਲ ਕਰਮ ਉਹਨੂੰ ਸਮਝਾ ਕਰਕੇ ਕਹਿੰਦਾ ਵੀ ਤੂੰ ਤੇ ਐਵੇਂ ਚਿੰਤਾ ਕਰੀ ਜਾਂਦੀ ਆ, ਮੇਰਾ ਤੇ ਪੱਖ ਲੈਣ ਵਾਲਾ ਜਿਹੜਾ ਚੰਦੂ ਦੀਵਾਨ ਹੈ ਨਾ ਉਹ ਉੱਥੇ ਬੈਠਾ, ਉਹ ਤੇ ਮੈਨੂੰ ਉਡੀਕ ਰਿਹਾ, ਮੈਂ ਕਿਹੜੇ ਵੇਲੇ ਉਹਦੇ ਕੋਲ ਪਹੁੰਚਾ ਤੇ ਮੈਨੂੰ ਨਿਆਂ ਮਿਲ ਜਾਵੇਗਾ। ਤੇ ਮੈਂ ਲਾਹੌਰ ਜਾ ਕਰਕੇ ਛੇਤੀ ਦੇ ਨਾਲ ਵਾਪਸ ਆਵਾਂਗਾ ਗੁਰਤਾ ਗੱਦੀ ਲੈ ਕੇ, ਤੂੰ ਚਿੰਤਾ ਨਾ ਕਰ, ਬਹੁਤਾ ਘਬਰਾ ਨਾ ਤੂੰ। ਤੇ 10 ਬੰਦਿਆਂ ਨੂੰ ਨਾਲ ਲਿਆ ਇਹਨੇ ਆਪਣੇ, ਤੇ ਪੱਛਮ ਵੱਲ ਨੂੰ ਮੁੱਖ ਕਰ ਲਿਆ, ਲਾਹੌਰ ਨੂੰ ਚੱਲ ਪਿਆ। ਆਂਦੇ ਵੀ ਬੜੀ ਛੇਤੀ ਦੇ ਨਾਲ ਹੰਕਾਰ ਦੇ ਭਰੇ ਨੇ ਪੈਂਡਾ ਤੈਅ ਕਰਨਾ ਸ਼ੁਰੂ ਕੀਤਾ। ਹੰਕਾਰ ਵਾਸੀ ਨਾ ਵੀ ਮੈਂ ਛੇਤੀ ਲਾਹੌਰ ਪਹੁੰਚਾਂ, ਛੇਤੀ ਨਿਆਂ ਹੋਵੇ ਤੇ ਮੈਂ ਖੁਸ਼ ਹੋ ਕੇ ਵਾਪਸ ਆਵਾਂ, ਇਸ ਤਰ੍ਹਾਂ ਮਨ ਦੇ ਵਿੱਚ ਸੋਚਦਾ ਚੱਲ ਪਿਆ। ਤੇ ਦਿਨੇ ਸਫ਼ਰ ਕਰਦੇ ਸਨ, ਰਾਤ ਨੂੰ ਵਿਸ਼ਰਾਮ ਕਰਦੇ ਸਨ, ਇਸ ਤਰ੍ਹਾਂ ਹੀ ਚੱਲਦੇ ਜਾ ਰਹੇ ਸਨ ਬੜੀ ਤੇਜ਼ੀ ਦੇ ਨਾਲ।
ਜਿਸ ਵੇਲੇ ਕਹਿੰਦੇ ਇਹ ਸ੍ਰੀ ਤਰਨਤਾਰਨ ਸਾਹਿਬ ਦੇ ਕੋਲ ਪਹੁੰਚੇ ਨਾ ਤੇ ਉੱਥੇ ਜਿਹੜੇ ਇਹਦੇ ਨਾਲ ਦੇ ਬੰਦੇ ਸਨ ਉਹ ਕਹਿਣ ਲੱਗੇ, ਗੁਰੂ ਰਜਿਓ ਤੀਰਥ ਮਹਾ ਮੱਜਨ ਕਰ ਲੀਜੈ। ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਥੇ ਬੜਾ ਵੱਡਾ ਇੱਕ ਤੀਰਥ ਰਚਿਆ ਹੈ ਤੇ ਕਿਉਂ ਨਾ ਇੱਥੇ ਇਸ਼ਨਾਨ ਕਰਕੇ ਦਰਸ਼ਨ ਕਰਕੇ ਮੋਕਸ਼ ਪ੍ਰਾਪਤ ਕਰੀਏ। ਇਸ ਤਰ੍ਹਾਂ ਪ੍ਰਿਥੀ ਚੰਦ ਨੂੰ ਕਹਿਣ ਲੱਗੇ, ਗੁਰੂ ਜੀ ਨੇ ਤੀਰਥ ਰਚਿਆ, ਆਪਾਂ ਹੋ ਕੇ ਜਾਈਏ, ਇੱਥੋਂ ਨਮਸਕਾਰ ਕਰਕੇ ਫਿਰ ਅਗਾਂਹ ਚੱਲਾਂਗੇ। ਚੱਲ ਡੇਰਾ ਆਗੇ ਕਰੈ ਨਿਸਪਰੀ ਲਖੀਜੈ। ਆਂਦੇ ਫਿਰ ਅਗਾਂਹ ਜਾ ਕੇ ਥੋੜ੍ਹਾ ਤਰਨ ਤਾਰਨ ਸਾਹਿਬ ਤੋਂ ਬਾਹਰ ਨਿਕਲ ਕੇ ਫਿਰ ਉੱਥੇ ਡੇਰਾ ਕਰ ਲਵਾਂਗੇ ਤੇ ਉੱਥੇ ਹੀ ਰਾਤ ਕੱਟਾਂਗੇ ਬਾਅਦ ਵਿੱਚ। ਚਲੇ ਕੋਸ ਬਹੁ ਸ਼ਰਮਤ ਹੈ ਕਰ ਲੈ ਵਿਸਰਾਮੋ। ਕਿਉਂਕਿ ਆਪਾਂ ਬੜੇ ਲੰਮੇ ਸਮੇਂ ਤੋਂ ਚੱਲਦੇ ਆ ਨੇ, ਕਈ ਕੋਹ ਪੈਂਡਾ ਕਰ ਲਿਆ ਹੈ, ਹੁਣ ਸਰੀਰ ਵੀ ਥੱਕੇ ਹਨ ਤੇ ਆਰਾਮ ਕਰ ਲਵਾਂਗੇ ਇੱਥੇ ਰਹਿ ਕਰਕੇ। ਸੁਣ ਪ੍ਰਿਥਿਆ ਇਸ ਕਰ ਕਹੈ ਜਿਸ ਕੋ ਮਨ ਬਾਨੂ। ਆਂਦੇ ਵੀ ਜਦੋਂ ਪ੍ਰਿਥੀ ਚੰਦ ਨੂੰ ਗੁੱਸਾ ਚੜ੍ਹ ਗਿਆ ਇੰਨੀ ਗੱਲ ਸੁਣ ਕੇ, ਜਦੋਂ ਤੀਰਥ ਦਾ ਨਾਂ ਲਿਆ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਤੀਰਥ ਬਣਾਇਆ ਸੀ ਤੇ ਇਹਦੇ ਮਨ ਦੇ ਵਿੱਚ ਤੇ ਪਹਿਲਾਂ ਹੀ ਗੁਰੂ ਪ੍ਰਤੀ ਬੜਾ ਹੀ ਹੰਕਾਰ ਈਰਖਾ ਦਵਾਇਸ਼ ਸੀ ਤੇ ਈਰਖਾ ਦਾ ਭਰਿਆ ਹੰਕਾਰ ਦਾ ਭਰਿਆ ਗੁੱਸੇ ਵਿੱਚ ਆਣ ਕੇ ਕਹਿਣ ਲੱਗਾ ਆਪਣੇ ਨਾਲ ਦੇ ਸਾਥੀਆਂ ਨੂੰ, ਇਹ ਛਪੜੀ ਤੀਰਥ ਨਹੀਂ ਫਲ ਕਹਾ ਨਹਾਏ। ਆ ਛਪੜੀ ਜਿਹਨੂੰ ਤੁਸੀਂ ਤੀਰਥ ਆਂਦੇ ਜੇ, ਇਹ ਤੀਰਥ ਥੋੜੀ ਨਾ ਵਾ, ਇਹ ਤੇ ਇੱਕ ਛਪੜਿਆ, ਇਹਦੇ ਵਿੱਚ ਕੀ ਕਰਨਾ, ਇੱਥੋਂ ਕੀ ਪ੍ਰਾਪਤ ਹੋ ਜਾਣਾ ਤੁਹਾਨੂੰ। ਨਹੀਂ ਗੁਰੂ ਕੋ ਰਜਤ ਖਲ ਕਛ ਪੂਰ ਨਾ ਪਾਏ। ਆਂਦੇ ਇੱਥੇ ਤੇ ਗੁਰੂ ਇਹਨਾਂ ਨੂੰ ਰਚ ਨਹੀਂ ਸਕਿਆ। ਜਦੋਂ ਇਹ ਬਣਾ ਰਹੇ ਸਨ ਨਾ, ਉਸ ਵੇਲੇ ਮੁਗਲਾਂ ਨੇ ਇੱਥੇ ਚੜ੍ਹਾਈ ਕਰ ਦਿੱਤੀ। ਤੁਰਗਨਸ਼ੀਨ ਪਚਾਇਨ ਰਜਬੇ ਨਹਿ ਦੀਨੋ। ਤੇ ਤੁਰਕਾਂ ਨੇ ਕਹਿੰਦੇ ਸਾਰੀਆਂ ਇੱਟਾਂ ਚੁੱਕ ਕੇ ਲੈ ਗਏ ਸਨ, ਇਹ ਤੇ ਤੀਰਥ ਬਣਾਉਣ ਹੀ ਨਹੀਂ ਸੀ ਦਿੱਤਾ ਤੇ ਤੁਸੀਂ ਆਂਦੇ ਤੀਰਥ ਆ। ਗੁਰੂ ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਕੋਈ ਤੀਰਥ ਨਹੀਂ, ਕੋਈ ਗੁਰੂ ਨਹੀਂ। ਇਸ ਪ੍ਰਕਾਰ ਆਪ ਸ਼ਬਦ ਬੋਲਣ ਲੱਗਾ, ਚਲੋ ਅਗਾਰੀ ਦੇਖੀਏ ਹੈ ਤੀਰਥ ਹਮ ਕੀਨੋ। ਆਂਦੇ ਤੀਰਥ ਤੇ ਮੈਂ ਬਣਾਇਆ, ਥੋੜਾ ਗਾੜੀ ਚੱਲ ਗਿਆ, ਫਿਰ ਉੱਥੇ ਜਾ ਕੇ ਤੁਹਾਨੂੰ ਦਿਖਾਉਣਾ ਵਾ ਜਿੱਥੇ ਮੈਂ ਤੀਰਥ ਬਣਾਇਆ, ਉੱਥੇ ਜਾ ਕੇ ਤੁਹਾਨੂੰ ਇਸ਼ਨਾਨ ਕਰਨ ਦਾ ਫਲ ਮਿਲੇਗਾ। ਤੇ ਉੱਥੇ ਜਾ ਕੇ ਆਪਾਂ ਵਿਸ਼ਰਾਮ ਕਰਾਂਗੇ, ਉੱਥੇ ਜਾ ਕੇ ਇਸ਼ਨਾਨ ਪਾਣ ਕਰਕੇ ਸੁਖ ਲਵਾਂਗੇ। ਆਂਦੇ ਵੀ ਉੱਥੇ ਜਾ ਕੇ ਜਦੋਂ ਪਹੁੰਚਾਂਗੇ ਨਾ ਤੇ ਜਾ ਕੇ 2-3 ਦਿਨ ਰਵਾਂਗੇ, ਫਿਰ ਨਾਲੇ ਉੱਥੇ ਟਿਕਾਂਗੇ ਤੇ ਉੱਥੇ ਆਰਾਮ ਕਰਕੇ ਫਿਰ ਉਸ ਤੋਂ ਅੱਗੇ ਤੇ ਬਿਨਾਂ ਹੀ ਦਰਸ਼ਨ ਕੀਤਿਆਂ ਬਾਹਰੋਂ ਬਾਹਰੇ ਅੰਦਰ ਨਹੀਂ ਵੜਨ ਦਿੱਤਾ, ਨਾ ਆਪ ਵੜਿਆ ਤੇ ਨਾ ਆਪ ਦੇ ਸਾਥੀਆਂ ਨੂੰ ਵੜਨ ਦਿੱਤਾ ਸ੍ਰੀ ਤਰਨਤਾਰਨ ਸਾਹਿਬ ਤੀਰਥ ਦੇ। ਤੇ ਛੇਤੀ ਦੇ ਨਾਲ ਉਹਨਾਂ ਨੂੰ ਦਬਕਾ ਮਾਰ ਕੇ, ਕਿਉਂਕਿ ਨੌਕਰ ਸਨ ਨਾ, ਜਿਹੜਾ ਨੌਕਰ ਹੋਏ ਉਹ ਅਧੀਨ ਹੁੰਦਾ, ਉਹਨੂੰ ਮੰਨਣੀ ਪੈਂਦੀ। ਤੇ ਅਧੀਨ ਹੋਏ ਨੌਕਰਾਂ ਨੇ ਉਸੇ ਵੇਲੇ ਗੱਲ ਸੁਣੀ ਤੇ ਛੇਤੀ ਦੇ ਨਾਲ ਚੱਲ ਪਏ ਤੇ ਅਗਾਂਹ ਵੱਲ ਨੂੰ ਤਰਨਤਾਰਨ ਸਾਹਿਬ ਦੇ ਦਰਸ਼ਨ ਕੀਤੇ ਤੋਂ ਬਿਨਾਂ ਲਾਹੌਰ ਨੂੰ ਤੁਰ ਪਏ। ਜਾਏ ਪਹੁੰਚਿਓ ਹੇ ਹਰੀ ਉਤਰਿਓ ਮਤ ਭਾਰੀ। ਜਾ ਕਰਕੇ ਹੇਹਰ ਪਿੰਡ ਜਿੱਥੇ ਇਹਦੇ ਸਹੁਰੇ ਸਨ, ਲਾਹੌਰ ਜ਼ਿਲ੍ਹਾ ਹੈ ਤੇ ਲਾਹੌਰ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਆਉਂਦਾ ਹੈ, ਉੱਥੇ ਇਹਦੇ ਸਹੁਰੇ ਸੀ ਤੇ ਸਹੁਰਿਆਂ ਦੇ ਘਰ ਦੇ ਵਿੱਚ ਹੀ ਇਹਨੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ, ਬਦਹੁ ਪੁਰਖ ਵਿਦਾਤੇ ਤਾਂ ਤੂੰ ਸੋਹਿਆ। ਜਿਹੜਾ ਹਰਮੰਦਰ ਸਾਹਿਬ ਬਣੇ ਸੀ ਨਾ, ਬਿਲਕੁਲ ਇਨ ਬਿਨ ਹਰਮੰਦਰ ਸਾਹਿਬ ਇਹਨੇ ਹੇਹਰ ਪਿੰਡ ਵੀ ਬਣਾਇਆ। ਤੇ ਜਦੋਂ ਕਾਬਲ ਕੰਧਾਰ ਤੋਂ ਸੰਗਤਾਂ ਆਉਣੀਆਂ, ਇਹਨੇ ਰਸਤੇ ਵਿੱਚ ਹੀ ਰੋਕ ਲੈਣੇ ਵੀ ਹਰਮੰਦਰ ਸਾਹਿਬ ਇਹੋ ਹੀ ਆ। ਅਗਾਂਹ ਉਹਨਾਂ ਨੇ ਝੂਠਾ ਬਣਾਇਆ ਤੇ ਉੱਥੇ ਹੀ ਇਹ ਆਪਣਾ ਟਿਕਾਣਾ ਬਣਾ ਕੇ ਬੈਠਾ ਹੋਇਆ ਸੀ। ਇਹਦੇ ਸਹੁਰਿਆਂ ਦਾ ਘਰ ਸੀ, ਉੱਥੇ ਹੀ ਇਹਦਾ ਜਿਹੜੀ ਮੌਤ ਹੋ ਜਾਂਦੀ ਤੇ ਉੱਥੇ ਹੀ ਅੱਜ ਵੀ ਇਹਦੀ ਸਮਾਧ ਬਣੀ ਹੋਈ ਹੈ। ਬਹੁਤ ਵੱਡੀ ਜਾਇਦਾਦ ਉਸ ਥਾਂ ਦੇ ਨਾਂ 'ਤੇ ਅੱਜ ਵੀ। ਤੇ ਇਹਨੇ ਸੋਚਿਆ, ਕਹਿਣ ਲੱਗਾ, ਕਹਿੰਦਾ ਵੀ ਇਹ ਅਸਥਾਨ ਹੇਹਰ ਜਿਹੜਾ ਸੀ ਉਹ ਉਸ ਪਿੰਡ ਦੇ ਵਿੱਚ ਜਿਹੜਾ ਨੇ ਸਥਾਨ ਬਣਾਇਆ ਸ੍ਰੀ ਹਰਿਮੰਦਰ ਸਾਹਿਬ ਨਾਲ ਦਾ, ਨਕਲੀ ਬਣਾ ਕੇ ਬੈਠਾ ਹੋਇਆ ਸੀ ਸੰਗਤਾਂ ਨੂੰ ਭਰਮਾਉਣ ਵਾਸਤੇ। ਉੱਥੇ ਜਾ ਕੇ ਆਪਣੇ ਸਾਥੀਆਂ ਨੂੰ ਕਹਿੰਦਾ ਵੀ ਇਹ ਸਥਾਨ ਪਾਕ ਪਵਿੱਤਰ ਹੈ। ਪਰ ਵੇਖੋ ਮੱਤ ਮਾਰੀ ਗਈ ਇਹਦੀ ਵੀ ਜਿਸ ਅਸਥਾਨ ਨੂੰ ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਆਪ ਬਣਾਇਆ ਹੋਵੇ, ਹਰ ਮੰਦਰ ਹਰ ਸਾਜਿਆ,
ਉਹ ਹਰਿਮੰਦਰ ਜਿਹਨੂੰ ਪਰਮੇਸ਼ਰ ਨੇ ਆਪ ਸਾਜਣਾ ਕੀਤਾ, ਉਹਦੇ ਵਰਗਾ ਹੋਰ ਬਣਾਉਣਾ ਕੋਈ ਸੌਖੀ ਗੱਲ ਹੈ। ਜਿੱਥੇ ਪਰਮੇਸ਼ਰ ਆਪ ਸਿਰ 'ਤੇ ਟੋਕਰੀ ਚੁੱਕ ਕੇ ਤੁਰ ਪਏ, ਆਪ ਆਣ ਕੇ ਦੇਵੀ ਦੇਵਤਿਆਂ ਸੇਵਾ ਕੀਤੀ। ਨਿਸ਼ਾਨੀਆਂ ਅੱਜ ਵੀ ਪਈਆਂ, ਦਰਸ਼ਨ ਕਰਦੇ ਹੀ ਆਪਾਂ ਜਦੋਂ ਜਲਾਓ ਲੱਗਦੇ, ਉਹ ਕਈਆਂ ਬਾਲਟੇ ਦਾਬੜੇ ਜਿਹੜੇ ਸੋਨੇ ਦੇ ਪਏ ਹੋਏ ਨੇ। ਸੀਨੇ ਬਸੀਨੇ ਇਤਿਹਾਸ ਆਪਾਂ ਸਰਵਣ ਕਰਦੇ ਆ ਰਹੇ ਹਾਂ ਵੀ ਦੇਵੀ ਦੇਵਤਿਆਂ ਉੱਥੇ ਆਣ ਕੇ ਸੇਵਾ ਕੀਤੀ, ਬ੍ਰਹਮ ਗਿਆਨੀਆਂ ਸੇਵਾ ਕੀਤੀ। ਇੱਥੋਂ ਤੱਕ ਇੱਕ ਤੇ ਗੁਰ ਪਰਮੇਸ਼ਰ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅਰਜਨ ਦੇਵ ਤੱਕ। ਉਧਰੋਂ ਕਹਿੰਦੇ ਪਰਮੇਸ਼ਰ ਆਪ ਆਏ, ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਨੇ ਆਪ ਆਣ ਕੇ ਉਸ ਅਸਥਾਨ 'ਤੇ ਸੇਵਾ ਕੀਤੀ। ਐਸਾ ਪਾਵਨ ਪਵਿੱਤਰ ਅਸਥਾਨ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿੱਥੋਂ ਦਾ ਆਭਾ ਮੰਡਲ ਕਥਨੇ ਯੋਗ ਹੈ। ਮਹਾਰਾਜ ਸਾਹਿਬ ਜੀ ਦਾ ਐਸਾ ਆਨੰਦਦਾਇਕ ਅਸਥਾਨ, ਜਾਂਦਿਆਂ ਸਾਰ ਜਿੱਥੋਂ ਦੇ ਮਨ ਦੇ ਭਰਮ ਦੂਰ ਹੋ ਜਾਂਦੇ ਹਨ। ਮਨ ਦੇ ਵਿੱਚ ਕੋਈ ਮਾੜਾ ਖਿਆਲ ਉਤਪੰਨ ਹੁੰਦਾ ਹੋਵੇ ਨਾ, ਤੇ ਉਸ ਪਾਵਨ ਅਸਥਾਨ ਦੇ ਉੱਤੇ ਦਰਸ਼ਨ ਕੀਤਿਆਂ ਸੁਖ ਪ੍ਰਾਪਤ ਹੋ ਜਾਂਦਾ ਹੈ। ਜਿੱਥੇ ਦਰਸ਼ਨ ਕੀਤਿਆਂ ਕਹਿੰਦੇ ਵੀ ਉਸ ਤੋਂ ਦੀ ਧਰਤੀ ਦੇ ਵਿੱਚ ਇੰਨੀ ਤਾਕਤ ਵੀ ਇੱਕ ਵਾਰ ਜਪਜੀ ਸਾਹਿਬ ਦਾ ਜਾਪ ਕੀਤਾ ਹੋਵੇ, ਜਿਸ ਤਰ੍ਹਾਂ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਵੀ ਇਹ ਕਿਹਾ ਵੀ ਉੱਥੇ ਅੰਦਰ ਪ੍ਰਕਰਮਾਂ 'ਚ ਬਹਿ ਕੇ ਜਪਜੀ ਸਾਹਿਬ ਦਾ ਮਨ ਚਿੱਤ ਕਰਕੇ ਇੱਕ ਪਾਠ ਕੀਤਾ ਹੋਵੇ ਤੇ ਉਹਦਾ 100 ਦਾ ਮਹਾਤਮ ਮਿਲ ਜਾਂਦਾ। ਇਹ ਜਗ੍ਹਾ ਦੀ ਜਿਹੜੀ ਤਸੀਰ ਬਣ ਜਾਂਦੀ ਹੈ, ਸਥਾਨ ਦੀ ਤਸੀਰ ਬਣ ਜਾਂਦੀ ਹੈ। ਤੇ ਜੇ ਮਨ ਦੇ ਵਿੱਚ ਕੋਈ ਪਾਪ ਕਰਮ ਆ ਗਿਆ ਤੇ ਕਈ ਜਨਮਾਂ ਤੱਕ ਪਾਪ ਭੋਗਣਾ ਪਵੇਗਾ। ਐਸਾ ਪਾਵਨ ਪਵਿੱਤਰ ਸਥਾਨ ਹੈ ਹਰਿਮੰਦਰ ਸਾਹਿਬ, ਉਹ ਧਰਤੀ। ਉਹਦੀ ਇਹਨੇ ਰੀਸ ਕੀਤੀ ਹੋਈ ਸੀ, ਹੇਹਰ ਪਿੰਡ। ਤੇ ਉੱਥੇ ਜਾ ਕੇ ਜਦੋਂ ਇਹ ਬੈਠਾ, ਸਿੱਖਣ ਕੋ ਉਪਦੇਸ਼ ਤੋਂ ਇਹ ਤੀਰਥ ਆਸ਼ਿਓ, ਤੇ ਆਪਣੇ ਨਾਲਦਿਆਂ ਨੂੰ ਕਹਿਣ ਲੱਗਾ ਵੀ ਇਹ ਤੋਂ ਵੱਡਾ ਤੀਰਥ ਹੋ ਕੋਈ ਨਹੀਂ, ਇੱਥੇ ਤੀਰਥ ਤੇ ਤੁਸੀਂ ਇਸ਼ਨਾਨ ਕਰੋ ਤੇ ਤੁਹਾਡੇ ਦੁੱਖ ਦੂਰ ਹੋਣਗੇ। ਵਜੋ ਸਰਦਾ ਧਾਰ ਕਰ ਪ੍ਰਾਪਤ ਜੋ ਬਾਛੋ, ਤੇ ਜੇ ਮਨ ਦੇ ਵਿੱਚ ਭੈ ਰੱਖ ਕੇ ਕਹਿੰਦਾ ਸ਼ਰਧਾ ਧਾਰ ਕੇ ਇੱਥੇ ਇਸ਼ਨਾਨ ਕਰੋਗੇ ਨਾ ਤੇ ਤੁਹਾਨੂੰ ਮਨ ਇੱਛਤ ਫਲ ਪ੍ਰਾਪਤ ਹੋਵਣਗੇ। ਸਦਾਮੋ ਸ਼ਰਮ ਪਰ ਹਰੋ ਪੁਨ ਲਵਪੁਰ ਚੱਲ, ਤੇ ਇੱਥੇ ਹੁਣ ਆਪਾਂ 3-4 ਦਿਨ ਰਵਾਂਗੇ, ਉਸ ਤੋਂ ਬਾਅਦ ਆਪਾਂ ਲਾਹੌਰ ਨੂੰ ਚੱਲਾਂਗੇ। ਖਾਨ ਪਾਨ ਕੀਨ ਸੁਪਨੇ ਕਰ ਸਵਾਦ ਮਸਾਲੇ, ਤੇ ਬੜੇ ਪਦਾਰਥ ਬਣਾਏ, ਕਹਿੰਦੇ 36 ਪ੍ਰਕਾਰ ਦੇ ਪਦਾਰਥ ਬਣਾਏ। ਰਸੋਈਆ ਨਾਲ ਲਿਆਂਦਾ ਸੀ, ਉਹਨੇ ਬਣਾ ਕਰਕੇ ਛਕਾਉਣਾ, ਕਿਤੇ ਬੇਅੰਤ ਵਿਅੰਜਨ ਬਣਾ ਕੇ ਖਵਾਏ। ਸਾ ਪਰੀ ਸੁਖ ਤੇ ਪੁਨ ਹੋ ਉਠ ਪ੍ਰਾਤ ਨਹਾਏ, ਤੇ ਜਦੋਂ ਸਵੇਰ ਚੜ੍ਹੀ ਤੇ ਉੱਠ ਕਰਕੇ ਇਹਨੇ ਇਸ਼ਨਾਨ ਪਾਣ ਕੀਤਾ। ਇਹਨਾਂ ਸਾਰਿਆਂ ਨੇ ਪ੍ਰਿਥੀਆ ਤੇ ਉਹਦੇ ਨਾਲ ਦੇ ਜਿਹੜੇ ਸੰਗੀ ਸਾਥੀ ਸਨ, ਤੇ ਫਿਰ ਇਹਨਾਂ ਨੇ ਕੜਾਹ ਪ੍ਰਸ਼ਾਦ ਬਣਾਇਆ ਤੇ ਪਹਿਲਾਂ ਆਪ ਛਕਿਆ ਪ੍ਰਿਥੀ ਚੰਦ ਨੇ, ਤੇ ਫਿਰ ਨਾਲ ਦਿਆਂ ਸਾਰਿਆਂ ਨੂੰ ਛਕਾਇਆ ਤੇ ਬੜੇ ਖੁਸ਼ ਹੋਏ। ਜਦੋਂ 3 ਦਿਨ ਬਤੀਤ ਹੋ ਗਏ ਨਾ ਤੇ ਤੀਜੇ ਦਿਨ ਦੀ ਸੰਧਿਆ ਕਾਲ ਦਾ ਸਮਾਂ ਆਇਆ, ਸ਼ਾਮ ਦਾ ਵੇਲਾ ਆਇਆ। ਤੇ ਨਾਲ ਦੇ ਸਾਥੀਆਂ ਨੂੰ ਕਹਿਣ ਲੱਗਾ ਵੀ ਆਪਾਂ ਕੱਲ੍ਹ ਨੂੰ ਇੱਥੋਂ ਚੱਲ ਪੈਣਾ ਹੈ, ਕਿਉਂਕਿ ਆਪਾਂ ਲਾਹੌਰ ਜਾਣਾ। ਉੱਥੇ ਸਾਨੂੰ ਤੇ ਜਿਹੜਾ ਚੰਦੂ ਦੀਵਾਨ ਹੈ ਸਾਡੀ ਪ੍ਰਤੀਕਸ਼ਾ ਕਰ ਰਿਹਾ, ਸਾਡਾ ਉਹ ਉਡੀਕ ਰਿਹਾ ਹੈ ਸਾਨੂੰ, ਜਿੱਥੇ ਜਾ ਕਰਕੇ ਉਹਨੂੰ ਮਿਲਣਾ ਕਰੀਏ ਤੇ ਜਾ ਕੇ ਜਹਾਂਗੀਰ ਦੇ ਕੋਲ ਪੇਸ਼ ਹੋ ਕੇ ਨਿਆਂ ਲਈਏ। ਤੇ ਉੱਥੇ ਹੀ ਮੈਂ ਫੈਸਲਾ ਲੈ ਲੈਣਾ ਤੇ ਗੁਰੂ ਅਰਜਨ ਦੇਵ ਨੂੰ ਮਾਰ ਕੇ ਤੇ ਕਹਿੰਦਾ ਮੈਂ ਗੁਰਤਾ ਦਾ ਮਾਲਕ ਬਣਨਾ, ਸੁੱਖ ਲੈਣਾ ਹੈ ਮੈਂ ਬਾਅਦ ਵਿੱਚ। ਇਸ ਤਰ੍ਹਾਂ ਦਾ ਵਚਨ ਕਰ ਰਿਹਾ। ਉਹਨੇ ਚਿਰ ਨੂੰ ਕਹਿੰਦੇ ਭੋਜਨ ਬਣਾਇਆ ਤੇ ਜਿਹੜਾ ਸਿੱਖ ਇਹਨੂੰ ਭੋਜਨ ਛਕਾਉਂਦਾ ਸੀ, ਭੋਜਨ ਲਿਆ ਕਰਕੇ ਬੜੇ ਸੁੰਦਰ ਤੇ ਲੰਮੇ ਲੰਮੇ ਬਾਸਮਤੀ ਦੇ ਚੌਲ ਬਣਾਏ, ਕਹਿੰਦੇ ਬੜੇ ਸਵਾਦਲੇ ਕਰਕੇ ਬਣਾਏ ਇਹਦੇ ਰਸੋਈਏ ਨੇ। ਸਵਾਦ ਸਹਤ ਸਾਥ ਅਜ ਬਹੁ ਗਇਓ ਗੁਣ ਖਾਰ ਖਵਾਇਓ, ਤੇ ਨਾਲ ਸਾਗ ਬਣਾਇਆ, ਕਹਿੰਦੇ ਚੌਲਾਂ ਦੇ ਨਾਲ ਸਾਗ ਇਹਨੇ ਰੱਜ ਕੇ ਖਾਣਾ ਸ਼ੁਰੂ ਕਰ ਦਿੱਤਾ। ਇਹਨੂੰ ਸਵਾਦ ਬੜਾ ਲੱਗਾ ਤੇ ਇਹ ਖਾਈ ਗਿਆ ਪੇਟ ਭਰ ਕੇ। ਜਦੋਂ ਖਾਧਾ ਗਲ ਲਓ ਭਰ ਕੇ ਉਦਰ ਕੋ ਨਿਸਮੈ ਸੁਪਤਾਇਓ, ਕਹਿੰਦੇ ਇੰਨਾ ਜ਼ਿਆਦਾ ਇਹਨੇ ਖਾ ਲਿਆ ਵੀ ਪੇਟ ਤੇ ਭਰਿਆ ਤੇ ਗਲੇ ਤੱਕ ਡਕਿਆ ਗਿਆ। ਇੰਨੇ ਜ਼ਿਆਦਾ ਚੌਲ ਇਹਨੇ ਖਾ ਲਏ।
ਤੇ ਉਧਰੋਂ ਜਿਸ ਵੇਲੇ ਰਾਤ ਹੋਈ, ਅੱਧੀ ਰਾਤ ਨੂੰ ਉਹ ਬਦ ਹਜਮੀ ਹੋ ਗਈ, ਉਹ ਪਚੇ ਨਾ ਬਹੁਤੇ, ਤੇ ਜਿਹਦੇ ਕਰਕੇ ਨੂੰ ਹੈਜਾ ਹੋ ਗਿਆ ਤੇ ਉੱਪਰ ਛਾਲਾਂ ਆਉਣੀਆਂ ਸ਼ੁਰੂ ਹੋ ਗਈਆਂ। ਸੂਲ ਉਠਿਓ ਜਮ ਸੂਲ ਚੁਭ ਦੁਖ ਤੇ ਬਿਕਲਾਵਾ। ਤੇ ਬਹੁਤ ਜ਼ਿਆਦਾ ਪੇਟ ਦੇ ਵਿੱਚ ਦਰਦ ਹੋਣ ਲੱਗ ਪਈ, ਸੂਲ ਵੱਜਣ ਲੱਗ ਪਏ ਇਹਨੂੰ, ਬੜਾ ਦੁਖੀ ਹੋਇਆ ਮਨ ਹੀ ਮਨ। ਹਾਏ ਹਾਏ ਮੁਖ ਕਰਤ ਹੈ ਜਾਗੇ ਨਰ ਪਾਸੂ। ਜਿਸ ਵੇਲੇ ਪੇਸ਼ ਹੋ ਗਈ ਨਾ, ਬੇਪੇਸ਼ਾ ਹੋ ਗਿਆ ਵੀ ਜਦੋਂ ਹੁਣ ਸਮਝ ਆ ਗਈ ਵੀ ਮੇਰੀ ਵਾਹ ਖਤਮ ਹੋ ਗਈ, ਤੇ ਹਾਏ ਹਾਏ ਕਰਨ ਲੱਗ ਪਿਆ ਉੱਚੀ ਉੱਚੀ, ਕਿਉਂਕਿ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ। ਤੇ ਇਹਦਾ ਵੀ ਪਾਪ ਦਾ ਭਾਂਡਾ ਭਰ ਚੁੱਕਾ ਸੀ, ਕਿਉਂਕਿ ਬੰਦੇ ਦੇ ਮਨ 'ਚ ਵਕਾਰ ਆ ਜੇ ਉਹ ਵੀ ਪਾਪ। ਜਿਸ ਤਰ੍ਹਾਂ ਪਾਸ ਹੋਣਾ ਹੋਵੇ ਤੇ 100 ਦੇ ਵਿੱਚੋਂ 33 ਨੰਬਰ ਲੈਣੇ ਪੈਂਦੇ ਆ, ਤੇ 33 ਨੰਬਰ ਤਾਂ ਹੀ ਮਿਲਣਗੇ ਤੇ ਜੇ ਆਪਾਂ ਕੁਝ ਨਾ ਕੁਝ ਪੜ੍ਹਾਂਗੇ ਤੇ ਪਾਸ ਹੋ ਜਾਵਾਂਗੇ। ਤੇ ਜਿਹੜੀ ਗੁਰਸਿੱਖੀ ਦੀ ਲੈਣ, ਇਹਦੇ ਵਿੱਚੋਂ ਵੀ 33 ਲੈਣੇ ਪੈਂਦੇ ਜੇ। ਰੱਤਾ ਮਾਤਰ ਵੀ ਕਿਸੇ ਪ੍ਰਤੀ ਹੰਕਾਰ ਆ ਗਿਆ ਤੇ ਉਸ ਵੇਲੇ ਨੰਬਰ ਕੱਟੇ ਜਾਣੇ। ਗੁਰਸਿੱਖੀ ਦਾ ਜਿਹੜੀ ਲੈਣ ਹੈ ਐਡੀ ਭਾਰੀ ਲੈਣ ਹੈ, ਇਹਦੇ ਵਿੱਚ ਬੜਾ ਸੋਚ ਸਮਝ ਕੇ ਚੱਲਣਾ ਪੈਂਦਾ। ਜਿਹਨੇ ਅਭਿਆਸ ਕਰਨਾ ਹੋਵੇ ਨਾ, ਉਸ ਵਾਸਤੇ ਤੇ ਬਹੁਤ ਜ਼ਿਆਦਾ ਇੱਕ ਖਤਰਨਾਕ ਕੰਮ ਆ ਵੀ ਉਹਦੇ ਮਨ ਦੇ ਵਿੱਚ ਮਾੜਾ ਜਿਹਾ ਵਕਾਰ ਆ ਗਿਆ, ਮਾੜਾ ਹੰਕਾਰ ਆ ਗਿਆ, ਉਹਦੇ ਨੰਬਰ ਕੱਟੇ ਜਾਣੇ। ਬੜਾ ਦੁਖੀ ਹੋਵੇਗਾ ਫਿਰ। ਸਿੱਖੀ ਦੀ ਲੈਣ ਵਿੱਚ 33 ਲੈਣੇ ਹੀ ਔਖੇ ਨੇ, ਕਿਉਂਕਿ ਖੰਡਿਓਂ ਤਿੱਖੀ ਵਾਲੋਂ ਨਿੱਕੀ ਏਤ ਮਾਰਕ ਜਾਣਾ। ਇਹ ਜਿਹੜੀ ਖੰਡੇ ਤੋਂ ਤਿੱਖੀ ਵਾਲ ਤੋਂ ਨਿੱਕੀ ਹੈ ਨਾ, ਇਹਦੇ ਉੱਤੇ ਚੱਲਣਾ ਬਹੁਤ ਔਖਾ ਹੋ ਜਾਂਦਾ ਹੈ। ਇਸ ਪ੍ਰਕਾਰ ਕਹਿੰਦੇ ਜਦੋਂ ਇਹਦਾ ਮਨ ਜਿਹੜਾ ਸੀ ਭਰ ਗਿਆ, ਇਹਨੇ ਹਾਏ ਹਾਏ ਕਰਨ ਲੱਗਾ, ਬਹੁਤ ਜ਼ਿਆਦਾ ਦੁਖੀ ਹੋਇਆ, ਕਰਲਾਉਣ ਲੱਗਾ। ਕਹਾ ਜਤਨ ਕੋ ਤਬ ਕਰਹਿ ਲੈ ਔਖਦ ਰਾਸੂ। ਆਂਦੇ ਵੀ ਉਸ ਵੇਲੇ ਕੋਈ ਯਤਨ ਵੀ ਨਹੀਂ ਸੀ ਹੋ ਰਿਹਾ, ਕਿਉਂਕਿ ਰਾਤ ਪਈ ਸੀ ਨਾ, ਕਿਸੇ ਪ੍ਰਕਾਰ ਦਾ ਕੋਈ ਵੀ ਯਤਨ ਨਹੀਂ ਸੀ ਹੋ ਸਕਦਾ, ਤੇ ਨਾ ਹੀ ਉੱਥੇ ਕੋਈ ਦਵਾਈ ਦਾਰੂ ਪਿਆ ਹੋਇਆ ਸੀ। ਨਹਿ ਹਕੀਮ ਕੋ ਗ੍ਰਾਮ ਮਹਿ ਕਛ ਹੋਇ ਨ ਉਪਾਈ। ਤੇ ਨਾ ਹੀ ਉੱਥੇ ਕੋਈ ਹਕੀਮ ਸੀ ਲਾਗੇ ਚਾਗੇ, ਜਿਹਦੇ ਕਰਕੇ ਇਹਦਾ ਕੋਈ ਉਪਾਅ ਹੋ ਸਕਦਾ ਸੀ, ਜਿਹਦੇ ਕਰਕੇ ਇਹਦਾ ਕੋਈ ਬਚਾਅ ਹੋ ਸਕਦਾ ਸੀ। ਇਹਦਾ ਸਮਾਂ ਆ ਗਿਆ, ਜਿਸ ਤਰ੍ਹਾਂ ਅੰਤ ਸਮਾਂ ਨੇੜੇ ਆਉਣ ਦਾ ਹੋਇਆ। ਰੁਦਤ ਨਿਕਟ ਹੋਇ ਦੁਖਤ ਸਭ ਤਿਸ ਆਸ ਚੁਕਾਈ। ਤੇ ਜਿਹੜੇ ਨਾਲ ਦੇ ਸੀ ਨਾ ਇਹਦੇ, ਉਹਨਾਂ ਦੀ ਤੇ ਆਸ ਹੀ ਲੱਥ ਗਈ। ਉਹ ਵੀ ਲਾਗੇ ਬਹਿ ਕੇ ਕਹਿੰਦੇ ਰੋਣ ਲੱਗ ਪਏ ਇਹਦੇ। ਰਥੀਏ ਨੇ ਜਾਣਿਓ ਮਰਨ ਨਹਿ ਬਾਝੈ ਪ੍ਰਾਣਾ। ਤੇ ਪ੍ਰਿਥੀਏ ਦੇ ਮਨ ਦੇ ਵਿੱਚ ਆ ਗਿਆ ਵੀ ਹੁਣ ਮੈਂ ਬਚਣਾ ਨਹੀਂ, ਕਿਉਂਕਿ ਜਦੋਂ ਬੰਦੇ ਦੀ ਮੌਤ ਆਵੇ ਨਾ, ਉਹਨੂੰ ਸਮਝ ਲੱਗ ਜਾਂਦੀ ਆ ਵੀ ਹੁਣ ਬਸ ਮੈਂ ਚੱਲਿਆ। ਭਾਵੇਂ ਉਹਨੂੰ 1 ਮਿੰਟ ਹੀ ਪਹਿਲਾਂ ਪਤਾ ਲੱਗੇ, ਪਰ ਉਦੋਂ ਸਮਾਂ ਲੰਘ ਚੁੱਕਾ ਹੁੰਦਾ। ਇਹ ਵੱਖੋ ਵੱਖ ਹਿਸਾਬ ਹੁੰਦੇ ਨੇ। ਜਿਸ ਤਰ੍ਹਾਂ ਪਾਪੀ ਬੰਦਾ ਜਿਹੜਾ ਹੋਵੇ, ਦੁਸ਼ਟ ਹੋਵੇ, ਜਿਹੜਾ ਸਦਾ ਜਿਹਨੇ ਕਦੀ ਰੱਬ ਦਾ ਨਾਂ ਨਾ ਜਪਿਆ ਹੋਵੇ, ਪਰਮਾਤਮਾ ਦੇ ਦਰਸ਼ਨ ਦੀਦਾਰ ਨਾ ਕੀਤੇ ਹਨ, ਉਹਨੂੰ ਤੇ ਐਨ ਟਾਈਮ 'ਤੇ ਮੌਤ ਆਉਣੀ ਤੇ ਉਹਨੇ ਦੁਖੀ ਹੋ ਕੇ ਮਰ ਜਾਣਾ। ਜਿਹੜਾ ਜਗਿਆਸੂ ਹੁੰਦਾ ਉਹਨੂੰ ਕੁਝ ਦਿਨ ਪਹਿਲਾਂ ਪਤਾ ਲੱਗ ਜਾਂਦਾ, ਜਿਹੜਾ ਸਾਧੂ ਹੁੰਦਾ ਉਹਨੂੰ ਕੁਝ ਮਹੀਨੇ ਪਹਿਲਾਂ ਪਤਾ ਲੱਗ ਜਾਂਦਾ, ਜਿਹੜਾ ਬ੍ਰਹਮ ਗਿਆਨੀ ਹੁੰਦਾ ਉਹਨੂੰ ਪਹਿਲਾਂ ਹੀ ਪਤਾ ਹੁੰਦਾ, ਕਿਉਂਕਿ ਉਹ ਤ੍ਰਿਕਾਲਦਰਸ਼ੀ ਹੁੰਦੇ ਨੇ, ਉਹ ਬ੍ਰਹਮ ਆਤਮਾ ਹੋ ਜਾਂਦੇ ਹਨ। ਇਸ ਕਰਕੇ ਇਹ ਵੱਖੋ ਵੱਖਰਾ ਸਭ। ਜਿਹੜਾ ਅਭਿਆਸੀ ਹੁੰਦਾ ਉਹਨੂੰ ਬਹੁਤ ਛੇਤੀ ਪਤਾ ਲੱਗ ਜਾਂਦਾ ਮੈਂ ਇੰਨੇ ਸਮੇਂ ਨੂੰ ਜਾਣਾ। ਉਹ ਫਿਰ ਪਰਮੇਸ਼ਰ ਦੀ ਬੰਦਗੀ ਤੋਂ ਪਰਾਂ ਨਹੀਂ ਹੁੰਦੇ, ਹਰ ਵੇਲੇ ਨਾਮ ਜਪਦੇ ਨੇ। ਜੇ ਕੋਈ ਸਾਧੂ ਸਰੀਰ ਛੱਡਣ ਲੱਗਦਾ ਹੋਵੇ ਨਾ, ਮਹਾਂਪੁਰਖ ਬ੍ਰਹਮ ਗਿਆਨੀ, ਉਹ ਸਾਲ 2 ਸਾਲ ਪਹਿਲਾਂ ਹੀ ਗੁਪਤ ਹੋ ਜਾਂਦੇ ਨੇ, ਕਿਸੇ ਨਾਲ ਗੱਲਬਾਤ ਨਹੀਂ ਕਰਦੇ। ਇਸ ਪ੍ਰਕਾਰ ਕਹਿੰਦੇ ਪਰ ਇਹ ਪਾਪੀ ਸੀ। ਪਤਾ ਇਹਨੂੰ ਲੱਗ ਗਿਆ, ਪਤਾ ਇਹਨੂੰ ਤਾਂ ਲੱਗਾ ਕਿਉਂਕਿ ਗੁਰੂ ਪੁੱਤਰ ਸੀ, ਗੁਰੂ ਭਰਾ ਸੀ। ਗੁਰੂ ਦਾ ਭਰਾ ਹੋਣਾ ਬੜੀ ਵੱਡੀ ਗੱਲ, ਗੁਰੂ ਦਾ ਪੁੱਤਰ ਹੋਣਾ ਬੜੀ ਵੱਡੀ ਗੱਲ ਸੀ। ਇਸ ਕਰਕੇ ਇਹਨੂੰ ਪਤਾ ਲੱਗ ਗਿਆ ਵੀ ਮੇਰਾ ਅੰਤ ਸਮਾਂ ਆ ਗਿਆ। ਅੰਤ ਸਮੇਂ ਨੂੰ ਸੋਚਦਾ ਹੋਇਆ ਸਿੱਖ ਦਾਸ ਗਣ ਹਿਤੁ ਲਖ ਅਸਬਾਕ ਬਖਾਨਾ। ਜਿਹੜੇ ਇਹਦੇ ਨਾਲ ਦੇ ਦਾਸ ਸਿੱਖ ਸਨ ਨਾ, ਉਹ ਇਹਦੇ ਸੇਵਕ ਸਨ, ਉਹਨਾਂ ਨੂੰ ਇੱਕ ਬਚਨ ਕਰਨ ਲੱਗਾ। ਅਬ ਮੇਰ ਪਰਲੋਕ ਹੈ ਰੁਜ ਵਧਿਓ ਵਿਸਾਲਾ। ਤੇ ਹੁਣ ਮੈਂ ਪ੍ਰਲੋਕ ਨੂੰ ਚਲੇ ਜਾਣਾ, ਹੁਣ ਮੈਂ ਬਚਣਾ ਨਹੀਂ। ਦਾਹ ਕਰੋ ਇਸ ਥਾਂ ਨਹੀਂ ਕਰ ਕਿਰਿਆ ਕਪਾਲਾ। ਤੇ ਮੇਰਾ ਜਦੋਂ ਮੇਰੀ ਮੌਤ ਹੋ ਜਾਵੇ, ਇਸੇ ਜਗ੍ਹਾ ਦੇ ਉੱਤੇ ਮੇਰਾ ਕਿਰਿਆ ਕਰਮ ਕਰਿਓ, ਇੱਥੇ ਹੀ ਮੇਰਾ ਸੰਸਕਾਰ ਕਰਿਓ, ਤੇ ਇੱਥੇ ਮੇਰੀ ਜਗ੍ਹਾ ਬਣਾਓ ਜਿਹੜੀ ਅੱਜ ਵੀ ਉੱਥੇ ਹੈ। ਉਹ ਜਿਹੜੀ ਸਮਾਧ ਅੱਜ ਵੀ ਇਹਦੀ ਬਣੀ ਹੋਈ ਹੈ। ਤੇ ਇਹ ਸਾਰਾ ਇਸ ਪ੍ਰਕਾਰ ਜਿਸ ਤਰ੍ਹਾਂ ਬਚਨ ਕਰਦਾ ਹੋਇਆ, ਤੇ ਇਹਦਾ ਸਰੀਰ ਸ਼ਾਂਤ ਹੋ ਜਾਵੇਗਾ। ਉਹ ਚਿੰਨ੍ਹ ਦਿਖ ਪੈਣਗੇ, ਜਿਸ ਤਰ੍ਹਾਂ ਮਰੇ ਬੰਦੇ ਦਾ ਹੁੰਦਾ ਨਾ, ਸਰੀਰ ਠੰਡਾ ਹੋ ਜਾਣਾ, ਰੰਗ ਪੀਲਾ ਪੈ ਜਾਣਾ, ਰੌਂਗਟੇ ਜਿਹੜੇ ਸਰੀਰ ਦੇ ਵਾਲ ਖੜੇ ਹੋ ਜਾਂਦੇ ਨੇ, ਮੱਥੇ ਦੇ ਵਾਲ ਖੜੇ ਹੋ ਜਾਣੇ।
ਜਿਸ ਤਰ੍ਹਾਂ ਤਰੇਲੀਆਂ ਆਉਣ ਲੱਗ ਪੈਣੀਆਂ, ਕਈ ਲੱਛਣ ਹੋ ਜਾਂਦੇ ਜਦੋਂ ਮੌਤ ਆਉਂਦੀ। ਹੱਡਾਂ ਕੂਕੜਕਾਏ ਜਿੰਦ ਨਮਾਣੀ ਕੱਢੀਏ, ਹੱਡਾਂ ਕੂਕੜਕਾਏ, ਕੜਾਕੇ ਨਿਕਲ ਜਾਂਦੇ ਨੇ ਸਰੀਰ ਦੇ, ਬੰਦਾ ਆਵਾਜ਼ ਵੀ ਨਹੀਂ ਕੱਢ ਸਕਦਾ ਉਸ ਸਮੇਂ ਜਦੋਂ ਮੌਤ ਆਉਂਦੀ ਹੈ। ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਬੰਦ, ਉਹ ਸਮਾਂ ਆਇਆ ਇਹਦਾ। ਇਸ ਪ੍ਰਕਾਰ ਇਹ ਜਿਸ ਤਰ੍ਹਾਂ ਪ੍ਰਲੋਕ ਗਮਨ ਕਰੇਗਾ, ਮਰ ਜਾਵੇਗਾ, ਖਤਮ ਹੋਵੇਗਾ, ਇਹਨਾਂ ਨੂੰ ਉਪਦੇਸ਼ ਕਰੂਗਾ ਵੀ ਮੇਰੇ ਪੁੱਤਰ ਨੂੰ ਮਿਹਰਬਾਨ ਨੂੰ ਦੱਸਿਓ ਜਾ ਕੇ ਵੀ ਉਹ ਮੇਰਾ ਧਿਆਨ ਕਰੇ, ਅਤੇ ਜਦੋਂ ਵੀ ਕੋਈ ਮੇਰੇ ਪਰਿਵਾਰ 'ਚੋਂ ਮਰੇ ਇੱਥੇ ਆਣ ਕੇ ਉਹਦਾ ਸੰਸਕਾਰ ਹੋਵੇ, ਮੈਨੂੰ ਮਿਲ ਪੈਣਗੇ, ਉਹਨਾਂ ਨੂੰ ਮੁਕਤੀ ਮਿਲੇਗੀ, ਬੜੀਆਂ ਗੱਲਾਂ ਕਰਨਗੇ, ਕੱਲ੍ਹ ਨੂੰ ਜਿਸ ਤਰ੍ਹਾਂ ਗਿਆਨੀ ਜੀ ਆਪ ਜੀ ਨੂੰ ਸਰਵਣ ਕਰਾਉਣਗੇ। ਇਸ ਪ੍ਰਕਾਰ ਇਹਦਾ ਅੰਤ ਸਮਾਂ ਆਵੇਗਾ। ਵਿੱਚੇ ਹੀ ਰਹਿ ਜਾਂਦਾ ਸਾਰਾ ਫੁਰਨਾ, ਵੀ ਗੁਰਤਾ ਗੱਦੀ ਵਾਲਾ ਜਿਹੜਾ ਕੰਮ ਸੀ ਵਿੱਚੇ ਰਹਿ ਜਾਵੇਗਾ। ਬਾਅਦ ਵਿੱਚ ਪ੍ਰਿਥਵੀ ਦੇ ਮਨ ਕੰਨ ਭਰਨਗੇ। ਉਹ ਸਾਰੀ ਪਾਵਨ ਪਵਿੱਤਰ ਕਥਾ ਆਪ ਰੋਜ਼ਾਨਾ ਸਰਵਣ ਕਰ ਰਹੇ ਹੋ ਅਤੇ ਕਰਦੇ ਰਹੋਗੇ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਮਿਹਰਾਂ ਦੇ ਸਾਈਂ ਆਪ ਸਮੁੱਚੀਆਂ ਸਿੱਖ ਸੰਗਤਾਂ ਦੀ ਪਾਵਨ ਰਹਿਮਤ ਕਿਰਪਾ ਹੋਈ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਪਾਰ ਤਰਸ ਹੋਇਆ, ਜਿਨ੍ਹਾਂ ਨੇ ਦਾਸ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤਿਨਾਂ ਦੇ ਦਰੋਂ ਘਰੋਂ ਵਰਸਾਏ। ਬ੍ਰਹਮ ਗਿਆਨੀ ਬਹਾਦਰ ਬਾਬਾ ਬਿਧੀ ਚੰਦ ਸਾਹਿਬ, ਜਿਨ੍ਹਾਂ ਦੇ 12ਵੇਂ ਜਾਨਸ਼ੀਨ ਬਾਬਾ ਅਵਤਾਰ ਸਿੰਘ ਜੀ, ਜਿਨ੍ਹਾਂ ਤੋਂ ਵਿਦਿਆ ਪ੍ਰਾਪਤ ਲਈ, ਅਤੇ ਆਪ ਸਮੁੱਚੀਆਂ ਉਹਨਾਂ ਦੀ ਟਕਸਾਲ 'ਚ ਰਹਿ ਕੇ ਪੜ੍ਹਨਾ ਕੀਤਾ, ਅਤੇ ਆਪ ਸਮੁੱਚੀਆਂ ਸਿੱਖ ਸੰਗਤਾਂ ਦੇ ਦਰਸ਼ਨ ਦੀਦਾਰ ਕਰਨ ਯੋਗ ਬਣਾਇਆ। ਵਡਭਾਗੇ ਹਾਂ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਸਮੁੱਚੀਆਂ ਸਿੱਖ ਸੰਗਤਾਂ ਦੇ ਦਰਸ਼ਨ ਬਖਸ਼ੇ, ਸਿੰਘ ਸਾਹਿਬਾਨ ਸੇਵਾਦਾਰਾਂ ਸਿੰਘਾਂ ਦੇ ਦਰਸ਼ਨ ਦੀਦਾਰ ਬਖਸ਼ੇ। ਗੁਰੂ ਪਾਤਸ਼ਾਹ ਜੀ ਨੇ ਆਪਣੇ ਤਖਤਾਂ ਦੇ ਉੱਤੇ ਹਾਜ਼ਰੀਆਂ ਲਵਾਈਆਂ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਗਲਤੀਆਂ ਦੀ ਮਾਫੀ ਬਖਸ਼ਣੀ, ਕਿਉਂਕਿ ਪਾਵਨ ਪਵਿੱਤਰ ਅਗਾਧ ਬੁੱਧ ਕਥਾ ਹੈ, ਅਤੇ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਵਕਤੇ ਹੋ ਜਾਂਦੀਆਂ, ਤੋਂ ਲੰਘ ਚੁੱਕਾਂ ਦੀ ਮਾਫੀ ਬਖਸ਼ਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਕਰਿਓ। ਇਸੇ ਪ੍ਰਕਾਰ ਪੰਥ ਦੀ ਸੇਵਾ ਵਿੱਚ ਰੱਖਣ ਮਹਾਰਾਜ ਸੱਚੇ ਪਾਤਸ਼ਾਹ। ਆਓ ਹੁਣ 2-4 ਮਿੰਟ ਵਾਸਤੇ ਵਾਹਿਗੁਰੂ ਸਿਮਰਨ ਦਾ ਅਭਿਆਸ ਕਰਕੇ, ਅਤੇ ਉਸ ਤੋਂ ਉਪਰੰਤ ਆਪਾਂ ਮੰਗਲਾਚਰਨ ਕਰਕੇ ਸਮਾਪਤੀ ਫਤਿਹ ਕਰਾਂਗੇ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਦੁਖ ਭੰਜਨ ਗੁਣਤਾਸ। हे ਸੰਗੀ हे ਨਿਰੰਕਾਰ हे ਨਿਰਗੁਣ ਸਭ ਟੇਕ। हे ਗੋਬਿੰਦ हे ਗੁਣ ਨਿਧਾਨ ਜਾ ਕੇ ਸਦਾ ਬਵੇਕ। हे ਅਪਰੰਪਰ ਹਰ ਹਰੇ ਹੈਪੀ ਹੋਵਨਹਾਰ। हे ਸੰਤਾਂ ਕੈ ਸਦਾ ਸੰਗ ਨੇਦਾਰਾ। हे ठाकुर हूँ दासरो मैं निर्गुण गुण नहीं कोय। नानक दीजे नाम दान राखो हिय परोय। आए प्रभ शरणागति कृपा निध दयाल। एक अखर हर मन बस्त नानक होत निहाल। कथा निता प्रत होत है सुनियो सिंह सुजान। नानक गुरु गोबिंद सिंह जी सदा करे। नानक गुरु गोबिंद सिंह जी सदा करे कल्याण। वाहिगुरु जी का